ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ੍ਰੀ ਹਰਿਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਰਾਰ ਨਾ ਕਰਿਓ ਪਰਸਪਰ ਦੇਹੋ ਕਨਾਤ ਖੁਲਵਾਏ ਦੇਖਹਿ ਨਰ ਨਾਰੀ ਸਰਬ ਕੌਤਕ ਮਤ ਬਿਸਮਾਏ ਰਾਰ ਨਾ ਕਰਿਓ ਪਰਸਪਰ ਦੇਹੋ ਕਨਾਤ ਖੁਲਵਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਜੋੜੋ ਦੋਵੇਂ ਹੱਥ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸੰਗਤ ਜੀ ਆਪ ਜੀ ਬੜੇ ਪਿਆਰ ਨਾਲ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ
ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਦੀਦਾਰੇ ਕਰ ਰਹੇ ਹਾਂ। ਸਤਿਗੁਰੂ ਜੀ ਦੀ ਮਿਹਰ ਨਾਲ, ਕਿਰਪਾ ਦੇ ਨਾਲ ਇਸ ਅਸਥਾਨ ਤੇ ਲੜੀਵਾਰ ਕਥਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਸੰਬੰਧ ਵਿੱਚ ਚੱਲ ਰਹੀ ਸੀ। ਕਵੀ ਜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੀ ਮਿਹਨਤ ਕਰਕੇ 1.25 ਲੱਖ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਉਹਦੇ ਤੋਂ ਬਾਅਦ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਇਆ। ਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਇਹ ਸੋਹਣੀ ਕਥਾ ਲਿਖੀ ਜੀ। ਇਸ ਸਥਾਨ ਤੇ ਬੈਠ ਕੇ ਸੰਗਤਾਂ ਬੜੇ ਪਿਆਰ ਨਾਲ ਜਿੱਥੇ ਰਸ ਲੈਂਦੀਆਂ ਨੇ ਕਥਾ ਦਾ, ਉੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤ ਟੀਵੀ ਰਾਹੀਂ, WhatsApp ਦੇ ਗਰੁੱਪਾਂ ਰਾਹੀਂ, Facebook ਰਾਹੀਂ, ਹੋਰ ਵੀ ਸਾਧਨਾਂ ਦੇ ਨਾਲ ਸੰਗਤਾਂ ਮਹਾਰਾਜ ਜੀ ਦਾ ਸੋਹਣਾ ਜਸ ਸਰਵਣ ਕਰਦੀਆਂ ਹਨ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਦਾ ਸੰਪੂਰਨਤਾ ਵਾਲਾ ਜਿਹੜਾ ਭਾਗ ਹੈ ਉਹ ਸਾਧ ਸੰਗਤ ਦੀ ਅੱਜ ਦੀ ਕਥਾ ਦੇ ਵਿੱਚ ਆਵੇਗਾ। ਆਪਾਂ ਸਾਰਿਆਂ ਨੇ ਇਹ ਕਥਾ ਬੜੇ ਹੀ ਪਿਆਰ ਦੇ ਨਾਲ ਸਰਵਣ ਕਰਨੀ ਹੈ। ਗੁਰੂ ਸਾਹਿਬ ਜੀ ਦੇ ਬਹੁਤੇ ਜਸ ਭਰਪੂਰ ਵਾਲੀ ਕਥਾ ਹੈ। ਕਿਉਂ? ਵਡਿਆਈ ਸੁਣਨ ਦਾ ਬੜਾ ਹੀ ਵੱਡਾ ਫਾਇਦਾ ਹੈ ਜੀ। ਜੇ ਬੰਦਾ ਪਿਆਰ ਨਾਲ ਵਡਿਆਈ ਸੁਣ ਲਵੇ, ਸਤਿਗੁਰ ਵਿੱਚ ਵੱਡੀ ਵਡਿਆਈ, ਗੁਰੂ ਸਾਹਿਬ ਵਿੱਚ ਬੜੀ ਵੱਡੀ ਵਡਿਆਈ ਹੈ। ਜਿਹੜਾ ਇਹ ਵਡਿਆਈ ਪਿਆਰ ਨਾਲ ਸਰਵਣ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਹੈ, ਗੁਰੂ ਸਾਹਿਬ ਜੀ ਦੀ ਵਡਿਆਈ ਨੂੰ ਪਿਆਰ ਨਾਲ ਕਰਨ ਵਾਲੇ ਤੇ ਪਿਆਰ ਨਾਲ ਸੁਣਨ ਵਾਲਿਆਂ ਨੂੰ ਗੁਰੂ ਸਾਹਿਬ ਪਾਰ ਲੰਘਾ ਦਿੰਦੇ ਹੈ। ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਿਨ ਕੀਤੀ ਸੋ ਪਾਰ ਲੰਘਾਈ। ਸੋ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਲੜੀਵਾਰ ਕਥਾ ਸਿੱਖ ਸੰਗਤਾਂ ਨੇ ਇੱਥੋਂ ਤੱਕ ਸਰਵਣ ਕੀਤੀ। ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ 2 ਵਾਰ ਸਰੀਰ ਤਿਆਗਿਆ, ਪਰ ਬਾਬਾ ਜੀ ਪਹਿਲਾਂ ਮਾਤਾ ਜੀ ਦੇ ਬੇਨਤੀ ਕਰਨ ਤੇ ਮਹਾਰਾਜ ਉੱਠੇ ਹੈ, ਸਰੀਰ ਨਹੀਂ ਤਿਆਗਿਆ। ਦੂਜੀ ਵਾਰੀ ਸਰੀਰ ਤਿਆਗ ਹੀ ਦਿੱਤਾ ਤੇ ਬਾਬਾ ਸ੍ਰੀ ਚੰਦ ਜੀ ਆ ਕੇ ਬੇਨਤੀਆਂ ਕਰਨ ਲੱਗੇ, ਸੱਚੇ ਪਾਤਸ਼ਾਹ ਉੱਠੋ, ਸਾਡੇ ਨਾਲ ਬਚਨ ਕਰੋ। ਮਹਾਰਾਜ ਫਿਰ ਉੱਠੇ, ਬਚਨ ਬਿਲਾਸ ਕੀਤੇ। ਉਹਦੇ ਤੋਂ ਬਾਅਦ ਆਪ ਜੀ ਨੇ ਸਰਵਣ ਕੀਤਾ। ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵਾਹਿਗੁਰੂ ਸ਼ਬਦ ਦੇ ਅਰਥ ਸੁਣਾਓ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਆਪਣੀ ਰਸਨਾ ਤੋਂ ਵਾਹਿਗੁਰੂ ਸ਼ਬਦ ਦੇ ਅਰਥ ਸੰਗਤਾਂ ਨੂੰ ਕਰਕੇ ਸੁਣਾਏ ਜੀ। ਵਾਹਿਗੁਰੂ ਦੇ ਜਾਪ ਦਾ ਬੜਾ ਵੱਡਾ ਮਹਾਤਮ ਦੱਸਿਆ ਜੀ। ਜੋ ਕੋਈ ਮੰਗੇ ਉਹ ਮਿਲੇਗਾ, ਜੇ ਕੋਈ ਪ੍ਰੇਮ ਦੇ ਨਾਲ ਵਾਹਿਗੁਰੂ ਜਪੇ ਜੀ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਦੇ ਜਾਪ ਦਾ ਬੜਾ ਵੱਡਾ ਮਹਾਤਮ ਸੱਚੇ ਪਾਤਸ਼ਾਹ ਜੀ ਨੇ ਦੱਸਿਆ। ਫਿਰ ਮਹਾਰਾਜ ਨੇ ਆਪਣਾ ਸਰੀਰ ਤਿਆਗਿਆ ਜੀ। ਕਿਵੇਂ ਤਿਆਗਿਆ? ਇਹ ਵੀ ਅਚਰਜ ਦੀ ਕਥਾ ਹੈ। ਮਹਾਰਾਜ ਜੀ ਨੇ ਆਖਿਆ, ਭਾਈ ਸਾਡੇ ਆਲੇ ਦੁਆਲੇ ਕਨਾਤ ਲਵਾ ਦਿਓ। ਕਨਾਤ ਲਵਾ ਦਿੱਤੀ। ਇੱਧਰੋਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਨਾਤ ਵਿੱਚ ਚਾਦਰ ਲੈ ਕੇ ਲੰਮੇ ਪੈ ਗਏ। ਹਜ਼ਾਰਾਂ ਦੇ ਹਿਸਾਬ ਨਾਲ ਬਾਹਰ ਸੰਗਤਾਂ ਖਲੋਤੀਆਂ। ਸ਼ਸਤਰਧਾਰੀ ਪਠਾਨ ਜਿਹੜੇ ਹੈ ਨਾ, ਉਹ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਜੀ। ਸਿੱਖਾਂ ਨੇ ਆਖਿਆ ਵੀ ਤੁਸੀਂ ਲੇਟ ਹੋ ਗਏ, ਦੇਰੀ ਹੋ ਗਈ ਤੁਹਾਨੂੰ। ਗੁਰੂ ਸਾਹਿਬ ਅੰਦਰ ਚਲੇ ਗਏ ਤੇ ਅੰਦਰ ਜਾਣ ਦਾ ਹੁਣ ਹੁਕਮ ਨਹੀਂ ਹੈ। ਪਠਾਨ ਕਿਉਂਕਿ ਸ਼ਸਤਰਧਾਰੀ ਸਨ, ਉਹਨਾਂ ਨੇ ਆਖਿਆ ਜੇ ਤੁਸੀਂ ਸਾਨੂੰ ਦਰਸ਼ਨ ਨਾ ਕਰਾਏ ਤੇ ਇੱਥੇ ਬਹੁਤ ਕੁਝ ਕੰਮ ਖਰਾਬ ਹੋ ਜਾਏਗਾ। ਜੇ ਤੁਸੀਂ ਗੁਰੂ ਦੇ ਸਿੱਖ ਹੋ ਤੇ ਗੁਰੂ ਸਾਹਿਬ ਸਾਡੇ ਪੀਰ ਵੀ ਨੇ, ਸਾਨੂੰ ਦਰਸ਼ਨ ਕਰਨ ਦਿਓ। ਬਹੁਤ ਰੌਲਾ ਗੌਲਾ ਸ਼ੁਰੂ ਹੋ ਗਿਆ ਜੀ। ਤੇ ਬਾਬਾ ਬੁੱਢਾ ਜੀ ਤੇ ਹੋਰ ਸਿੱਖ ਕਹਿਣ ਲੱਗੇ, ਆਪਾਂ ਮਹਾਰਾਜ ਨੂੰ ਪੁੱਛ ਲੈਨੇ ਆ। ਜਦੋਂ ਉਹ ਅੰਦਰ ਗਏ ਕਨਾਤ ਦੇ, ਤੇ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਨਹੀਂ ਸੀ, ਕੇਵਲ ਚਾਦਰ ਹੀ ਸੀਗੀ ਜੀ। ਮਹਾਰਾਜ ਗਰੀਬ ਨਵਾਜ ਜੀ ਦੇ ਸਰੀਰ ਤੇ ਜਿਹੜਾ ਚਾਦਰਾ ਲਿਆ ਸੀ ਨਾ ਸੱਚੇ ਪਾਤਸ਼ਾਹ ਜੀ ਨੇ, ਉਹ ਕੱਲੀ ਚਾਦਰ ਹੀ ਰਹਿ ਗਈ ਸੀ, ਹੋਰ ਕੁਝ ਨਹੀਂ ਸੀ ਹੈਗਾ ਜੀ। ਇਹ ਗੱਲ ਵੇਖ ਕੇ ਸਾਰੇ ਹੈਰਾਨ ਹੋ ਗਏ।
ਬਾਹਰ ਆ ਕੇ ਸਿੱਖਾਂ ਨੇ ਜਿਹੜੇ ਝਗੜਾ ਕਰ ਰਹੇ ਸਨ ਉਹਨਾਂ ਨੂੰ ਇਹ ਗੱਲ ਆਖੀ ਵੀ ਤੁਸੀਂ ਐਵੇਂ ਹੀ ਰੌਲਾ ਪਾਇਆ, ਗੁਰੂ ਸਾਹਿਬ ਤੇ ਸਾਰਾ ਝਗੜਾ ਹੀ ਮੁਕਾ ਗਏ ਹੈ। ਸਰੀਰ ਦੇ ਦਰਸ਼ਨ ਕਰਨੇ ਸਨ ਨਾ, ਤੇ ਲਓ ਮਹਾਰਾਜ ਦਾ ਸਰੀਰ ਹੀ ਅਲੋਪ ਹੋ ਗਿਆ। ਬਾਬਾ ਮੜੀ ਨਾ ਗੌਰ, ਗੁਰ ਅੰਗਦ ਕੇ ਹੀਏ ਮੋਰ। ਬਾਬਾ ਜੀ ਨਾ ਮੜੀ ਵਿੱਚ, ਨਾ ਗੌਰ ਵਿੱਚ, ਨਾ ਸਰੀਰ ਵਿੱਚ, ਬਾਬਾ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਿਰਦੇ ਵਿੱਚ ਹਨ। ਸੋ ਸਾਧ ਸੰਗਤ ਜੀ, ਆਸੇ ਪਾਸੇ ਰੌਲਾ ਪੈ ਗਿਆ, ਗੁਰੂ ਸਾਹਿਬ ਜੀ ਦਾ ਸਰੀਰ ਹੀ ਅਲੋਪ ਹੋ ਗਿਆ, ਮਹਾਰਾਜ ਦਾ ਸਰੀਰ ਨਹੀਂ ਸੀ ਲੱਭਿਆ ਜੀ। ਬਾਬਾ ਹਰਭਜਨ ਸਿੰਘ ਜੀ ਕਾਰ ਸੇਵਾ ਵਾਲੇ, ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ ਵਾਲੇ, ਉਹ ਰਾਮਸਰ ਸਾਹਿਬ ਦੀ ਸੇਵਾ ਕਰਾ ਰਹੇ ਸਨ। ਤੇ ਉਹਨਾਂ ਦਿਨਾਂ ਵਿੱਚ ਗੁਰਦੁਆਰਾ ਸ਼ਹੀਦਗੰਜ ਸਾਹਿਬ ਇਹ ਕਥਾ ਆਈ ਜੀ, ਇਹ ਪ੍ਰਸੰਗ ਆਇਆ ਜੀ। ਪ੍ਰੇਮੀ ਉਹਨਾਂ ਦੇ ਦਰਸ਼ਨ ਕਰਨ ਗਏ ਤੇ ਮੈਂ ਵੀ ਨਾਲ ਤੁਰ ਪਿਆ ਜੀ। ਜਦੋਂ ਮੈਂ ਵੀ ਉਹਨਾਂ ਦੇ ਪ੍ਰੇਮੀਆਂ ਦੇ ਨਾਲ ਗਿਆ ਤੇ ਬਾਬਾ ਜੀ ਪਲੰਘੇ ਤੇ ਬੈਠੇ, ਪ੍ਰੇਮੀਆਂ ਨੂੰ ਬਿਠਾਇਆ, ਮੈਨੂੰ ਵੀ ਬਿਠਾਇਆ, ਤੇ ਬਾਬਾ ਜੀ ਹੁਣੀ ਕਹਿਣ ਲੱਗੇ ਕੋਈ ਗੱਲ ਸੁਣਾ। ਮੈਂ ਗੱਲ ਸ਼ੁਰੂ ਕੀਤੀ ਜੀ। ਮੈਂ ਕਿਹਾ ਜੀ ਵੇਖੋ, ਮਹਾਰਾਜ ਸੱਚੇ ਪਾਤਸ਼ਾਹ ਦਾ ਸਰੀਰ ਨਹੀਂ ਲੱਭਿਆ ਤੇ ਪਤਾ ਹੀ ਨਹੀਂ ਲੱਗਾ ਮਹਾਰਾਜ ਕਿੱਥੇ ਗਏ ਜੀ। ਤੋ ਹੁਣ ਪਹੁੰਚ ਵਾਲੇ ਸਨ, ਅਵਸਥਾ ਵਾਲੇ ਸਨ। ਉਹ ਕਹਿਣ ਲੱਗੇ ਜਾਣਾ ਕਿੱਥੇ ਹੈ, ਸਰੀਰ ਤੱਤਾਂ ਦੇ ਵਿੱਚ ਤੱਤ ਮਲਾਲੇ ਹੈ, ਮਹਾਰਾਜ ਇੱਥੇ ਹੀ ਨੇ ਸਾਡੇ ਵਿੱਚ ਜੀ, ਮਹਾਰਾਜ ਇੱਥੇ ਹੀ ਨੇ ਜੀ। ਮਹਾਰਾਜ ਦਾ ਸਰੀਰ ਨਹੀਂ ਮਿਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਇਹ ਮਹਾਰਾਜ ਦਾ ਆਪਣਾ ਕੌਤਕ ਸੀਗਾ। ਹੁਣ ਇਹਦੇ ਤੋਂ ਅੱਗੇ ਜੋ ਇਸ ਗ੍ਰੰਥ ਦਾ, ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦਾ ਸੰਪੂਰਨਤਾ ਵਾਲਾ ਭਾਗ ਹੈ, ਉਹ ਹੁਣ ਆਪਾਂ ਕਥਾ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਾਰੀ ਸਿੱਖ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਾਰ ਨਾ ਕਰੀਏ ਪਰਸਪਰ, ਦੇਹੋ ਕਨਾਤ ਖੁਲਵਾਏ। ਸਿੱਖ ਜਿਹੜੇ ਮਹਾਰਾਜ ਜੀ ਦੇ ਲਾਗੇ ਸਨ ਉਸ ਸਮੇਂ, ਉਹ ਫਿਰ ਬਾਹਰ ਆ ਕੇ ਕਹਿਣ ਲੱਗੇ ਭਾਈ ਰੌਲਾ ਨਾ ਪਾਓ ਤੇ ਕਨਾਤ ਖਲਵਾ ਦਿਓ। ਹੁਣ ਤੇ ਸਰੀਰ ਹੀ ਨਹੀਂ ਰਿਹਾ ਤੇ ਕਨਾਤ ਕਿਹਦੇ ਆਲੇ ਦੁਆਲੇ ਕਰਨੀ ਹੈ। ਹਾਂਜੀ, ਦੇਖੈ ਹੈ ਨਰ ਨਾਰੀ ਸਰਬ, ਕੌਤਕ ਮਤ ਬਿਸਮਾਏ। ਸਾਰੇ ਇਸਤਰੀਆਂ ਪੁਰਸ਼ ਵੇਖਣ ਤੇ ਵੇਖਿਆ ਵੀ ਉਹਨਾਂ ਨੇ ਕੱਲੀ ਚਾਦਰ ਹੀ ਰਹਿ ਗਈ, ਸਤਿਗੁਰਾਂ ਦਾ ਸਰੀਰ ਨਹੀਂ ਮਿਲਿਆ ਜੀ। ਹਾਂਜੀ, ਸਵਈਆ ਲੀਨ ਉਤਾਰ ਕਨਾਤ, ਸ਼ਿਤਾਬ ਗਏ ਟਿਗ ਹੋਇੰਦਰ ਸੈ ਨਰ ਨਾਰੀ। ਕਨਾਤਾਂ ਖੋਲ ਦਿੱਤੀਆਂ। ਜਦੋਂ ਅੰਦਰ ਗਏ ਕੀ ਵੇਖਿਆ, ਉਹ ਜਿਹੜੀ ਚਾਦਰ ਮਹਾਰਾਜ ਨੇ ਆਪਣੇ ਸਰੀਰ ਤੇ ਲਈ ਸੀ ਨਾ, ਉਹ ਚਾਦਰ ਪਈ ਸੀ, ਵਿੱਚੋਂ ਸਰੀਰ ਅਲੋਪ ਹੋ ਗਿਆ ਸੀਗਾ ਜੀ। ਹਾਂਜੀ, ਹੈ ਸਿਜਦਾ ਪਰ ਚੀਰ ਪਰਿਓ, ਪਿਖ ਜੈ ਗੁਰ ਊਚ ਉਚਾਰੀ। ਹੈ ਸਹਿਜਾ ਪਰ ਚੀਰ ਪਰਿਓ। ਕੀ ਵੇਖਦੇ ਐ, ਸਹਿਜਾ ਤੇ ਕੇਵਲ ਕੱਪੜਾ ਹੀ ਪਿਆ, ਚਾਦਰ ਹੀ ਪਈ ਹੈ, ਸਤਿਗੁਰਾਂ ਦਾ ਸਰੀਰ ਨਹੀਂ ਹੈਗਾ। ਭਾਵ ਸਮੇਤ ਸਰੀਰ ਦੇ ਹੀ ਮਹਾਰਾਜ ਸੱਚਖੰਡ ਗਏ ਸੱਚੇ ਪਾਤਸ਼ਾਹ। ਸਾਰੇ ਜੈ ਜੈਕਾਰ ਕਰਨ ਲੱਗ ਪਏ ਜੀ। ਜੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਹਾਂਜੀ, ਸ਼੍ਰੀ ਸੁਖ ਕੰਦ ਗੋਬਿੰਦ ਮੁਕੰਦ, ਸੋ ਨਾਮ ਕੋਲੇ ਕਰ ਬੰਧਨਕਾਰੀ। ਸਾਰੇ ਮਹਾਰਾਜ ਗਰੀਬ ਨਵਾਜ ਜੀ ਦਾ ਨਾਮ ਲੈ ਲੈ ਕੇ ਨਾ ਧਰਤੀ ਤੇ ਮੱਥਾ ਟੇਕਣ ਸੰਗਤਾਂ। ਭਾਈ ਮਹਾਰਾਜ ਨੇ ਆਪਣਾ ਸਰੀਰ ਹੀ ਅਲੋਪ ਕਰ ਲਿਆ, ਸਰੀਰ ਦੇ ਸਮੇਤ ਹੀ ਸੱਚੇ ਪਾਤਸ਼ਾਹ ਸੱਚਖੰਡ ਚਲੇ ਗਏ। ਹਾਂਜੀ, ਹੋਏ ਅਚੰਬ ਰਹੇ ਹਿਰਦੇ ਤਿਹਠਾ, ਨਰ ਜੇ ਸਭ ਕੀ ਮਤ ਹਾਰੀ। ਉੱਥੇ ਜਿੰਨੀਆਂ ਸੰਗਤਾਂ ਖਲੋਤੀਆਂ ਸਨ ਨਾ, ਸਾਰਿਆਂ ਦੀ ਮੱਤ ਹਾਰ ਗਈ ਜੀ। ਹੈਰਾਨ ਹੋ ਗਏ, ਸੱਚੇ ਪਾਤਸ਼ਾਹ ਜੀ ਦਾ ਸਰੀਰ ਕਿੱਥੇ ਚਲੇ ਗਿਆ, ਸਰੀਰ ਕਿੱਥੇ ਅਲੋਪ ਹੋ ਗਿਆ। ਇਸ ਗੱਲ ਨੂੰ ਸੋਚ ਸੋਚ ਸਾਰੇ ਹੈਰਾਨ ਹੋਈ ਜਾਣ ਜੀ। ਹਾਂਜੀ, ਛਪੈ ਛੰਦ ਤੁਰਕਨ ਅੰਬਰ ਅਰਧ ਹਿੰਦੂ ਤਬਲੀਆ। ਬਸ ਫਿਰ ਕੀ ਸੀਗਾ, ਜਦੋਂ ਚਾਦਰ ਰਹਿ ਗਈ ਨਾ ਜੀ, ਚਾਦਰ ਤੇ ਵੀ ਝਗੜਾ ਸ਼ੁਰੂ ਕਰਤਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਤਲਬ ਸਾਡੇ ਬੰਦੇ ਬਾਜ ਨਹੀਂ ਆ ਸਕਦੇ ਜੀ ਝਗੜੇ ਤੋਂ ਜੀ।
ਚਾਦਰ ਤੇ ਵੀ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਉਹ ਕਹਿਣ ਲੱਗੇ ਚਾਦਰ ਦਾ ਅਸੀਂ ਸੰਸਕਾਰ ਕਰਨਾ, ਦੂਜੇ ਕਹਿਣ ਅਸੀਂ ਚਾਦਰ ਨੂੰ ਦਬਾਉਣਾ। ਚਾਦਰ ਦਾ ਝਗੜਾ ਸ਼ੁਰੂ ਹੋ ਗਿਆ ਜੀ। ਤੇ ਗੱਲ ਕੀ ਜੀ, ਝਗੜੇ ਦੇ ਵਿੱਚ ਇੱਕ ਜਣੇ ਚਾਦਰ ਇੱਧਰ ਖਿੱਚਣ ਤੇ ਝਗੜੇ ਦੇ ਵਿੱਚ ਚਾਦਰ ਦੇ 2 ਹਿੱਸੇ ਹੋ ਗਏ ਜੀ। ਉਹ ਜਿਹੜੀ ਚਾਦਰ ਸੀ ਨਾ ਸਤਿਗੁਰਾਂ ਦੀ, ਉਹਦੇ 2 ਹਿੱਸੇ ਹੋ ਗਏ। ਇੱਕ ਗੁਰਮੁਖ ਕਹਿਣ ਲੱਗੇ ਜਿੱਥੇ ਗੁਰੂ ਨਾਨਕ ਸਾਹਿਬ ਦੀ ਚਾਦਰ ਦੇ 2 ਹਿੱਸੇ ਕੀਤੇ, ਕਹਿਣ ਲੱਗੇ ਉੱਥੇ ਦੇਸ਼ 2 ਹਿੱਸਿਆਂ ਵਿੱਚ ਵੰਡਿਆ ਗਿਆ। ਸ੍ਰੀ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਚਾਦਰ ਦੇ ਪਿਆਰਿਓ 2 ਹਿੱਸੇ ਕੀਤੇ, ਬਸ ਇੱਕ ਬੰਨਾ ਹਿੰਦੁਸਤਾਨ ਬਣ ਗਿਆ, ਇੱਕ ਬੰਨਾ ਪਾਕਿਸਤਾਨ ਬਣ ਗਿਆ ਜੀ। ਐ ਦੇਸ਼ ਦੇ ਵੀ ਉੱਥੇ 2 ਹਿੱਸੇ ਹੋਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਚਾਦਰ ਅੱਧੀ ਤੁਰਕਾਂ ਨੇ ਲੈ ਲਈ, ਅੱਧੀ ਹਿੰਦੂਆਂ ਨੇ ਲੈ ਲਈ ਜੀ। ਹਾਂਜੀ, ਸਗਰ ਝਗਰ ਗਿਆ ਨਿਬਰ, ਹਰਖ ਉਰ ਦੋਹਾਂ ਦਿਸ਼ ਥੀਆ। ਉਹ ਅੱਧੀ ਚਾਦਰ ਨੂੰ ਲੈ ਕੇ ਬੜੇ ਖੁਸ਼, ਕਹਿਣ ਲੱਗੇ ਅਸੀਂ ਹੁਣ ਚਾਦਰ ਦਬਾਵਾਂਗੇ। ਇਧਰ ਹੋਰ ਜਿਹੜੇ ਗੁਰੂ ਕੇ ਪ੍ਰੇਮੀ ਸਨ ਸਿੱਖ, ਉਹ ਕਹਿਣ ਲੱਗੇ ਵੀ ਅਸੀਂ ਚਾਦਰ ਦਾ ਸੰਸਕਾਰ ਕਰਾਂਗੇ। ਹਾਂਜੀ, ਸਿੱਖਨ ਲੈ ਕਰ ਚੀਰ, ਚਿਤਾ ਚੰਦਨ ਕੀ ਰਚ ਕਰ। ਸਿੱਖਾਂ ਨੇ ਚੰਦਨ ਦੇ ਲੱਕੜਾਂ ਦੀ ਚਿਤਾ ਚ ਨਹੀਂ ਜੀ, ਉਸ ਚੰਦਨ ਦੀਆਂ ਲੱਕੜਾਂ ਦੇ ਉੱਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਦਾ ਚਾਦਰਾ ਰੱਖਿਆ ਜੀ। ਹਾਂਜੀ, ਨਿਜ ਮੁਖ ਜਹ ਗੁਰ ਕਹਿਓ ਤਹਾਂ ਦੀਏ ਦਾਹ ਭਲੇ ਧਰ। ਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਥਾਂ ਵਿਖਾਈ ਸੀਗੀ ਭਾਈ ਸਧਾਰਨ ਜੀ ਨੂੰ, ਇੱਥੇ ਸਾਡੇ ਸਰੀਰ ਦਾ ਸੰਸਕਾਰ ਕਰਿਓ, ਇਹ ਗੱਲ ਵੱਖਰੀ। ਮਹਾਰਾਜ ਨੇ ਸਰੀਰ ਅਲੋਪ ਕਰ ਲਿਆ, ਪਰ ਜਿਹੜੀ ਅਸਥਾਨ ਜਿਹੜੀ ਜਗ੍ਹਾ ਮਹਾਰਾਜ ਨੇ ਵਿਖਾਈ, ਗੁਰੂ ਕੇ ਸਿੱਖਾਂ ਨੇ ਉੱਥੇ ਸੰਸਕਾਰ ਕੀਤਾ ਜੀ। ਔਰ ਪਿਆਰਿਓ, ਇਹ ਉਹੋ ਹੀ ਅਸਥਾਨ ਹੈ ਜਿੱਥੇ ਅੱਜ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਹੈ। ਹਾਂਜੀ, ਪੁਨ ਹੋਤੇ ਮੁਰੀਦ ਸੋ ਅਰਧਲੇ, ਨੀਕੇ ਤਹ ਦਫਨਾਏ ਦੀਏ। ਤੇ ਸਾਧ ਸੰਗਤ ਜੀ, ਇੱਕ ਬੰਨੇ ਵਾਹਿਗੁਰੂ, ਇਹ ਉਹ ਅਸਥਾਨ ਹੈ ਜਿੱਥੇ ਡੇਰਾ ਬਾਬਾ ਨਾਨਕ ਹੈ ਜੀ, ਜਿੱਧਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਸਰੀਰ ਦਾ ਚਾਦਰਾ ਕੀਤਾ ਗਿਆ ਜੀ। ਭਾਵ ਸਿੱਖਾਂ ਨੇ ਇੱਕ ਬੰਨੇ ਇਸ ਪਾਸੇ ਚਾਦਰ ਦਾ ਸੰਸਕਾਰ ਕੀਤਾ, ਤੇ ਜਿਹੜੇ ਤੁਰਕ ਸਨ, ਪਠਾਨ ਆਏ ਸਨ, ਹੋਰ ਤੁਰਕ ਸਨ, ਉਹਨਾਂ ਨੇ ਚਾਦਰ ਨੂੰ ਦਫਨਾ ਦਿੱਤਾ ਤੇ ਚਾਦਰ ਦੀ ਕਬਰ ਬਣਾ ਦਿੱਤੀ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਕੰਮ ਗੁਰੂ ਨਾਨਕ ਸਾਹਿਬ ਰੋਕ ਕੇ ਗਏ, ਉਹ ਕੰਮ ਕੀਤਾ ਜੀ ਇਹਨਾਂ ਨੇ। ਹਾਂਜੀ, ਇਉਂ ਬਾਦ ਬਿਖਾਦ ਮਿਟਾਏ ਸਭ, ਦੋਹਾਂ ਦਿਸ਼ਨ ਅਹਿਲਾਦ ਕੀਏ। ਇਸ ਤਰੀਕੇ ਨਾਲ ਇੱਕਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਚਾਦਰ ਦਾ ਸੰਸਕਾਰ ਕਰ ਦਿੱਤਾ, ਇੱਕਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਚਾਦਰ ਨੂੰ ਦਫਨਾ ਦਿੱਤਾ। ਦੋਵਾਂ ਨੇ ਆਪੋ ਆਪਣੀ ਮਰਜ਼ਾਦਾ ਕੀਤੀ ਤੇ ਖੁਸ਼ੀ ਮਨਾਈ, ਅਸੀਂ ਆਪਣੇ ਪੀਰ ਦੀ, ਅਸੀਂ ਆਪਣੇ ਗੁਰੂ ਦੀ ਸਹੀ ਮਰਜ਼ਾਦਾ ਕੀਤੀ ਹੈ। ਹਾਂਜੀ, ਸੋਰਠਾ ਸੰਮਤ 70 ਪਛਾਨ, ਪੰਚ ਮਾਸ ਬੀਤੇ ਬਹਰ। ਹਾਂਜੀ, ਸਪਤ ਦਿਨਨ ਪਰਵਾਨ, ਪਾਤਸ਼ਾਹੀ ਸ਼੍ਰੀ ਪ੍ਰਭ ਕਰੀ। ਭਾਈ ਸੰਤੋਖ ਸਿੰਘ ਜੀ ਲਿਖਦੇ 70 ਸਾਲ 5 ਮਹੀਨੇ ਤੇ 7 ਦਿਨ ਗੁਰੂ ਨਾਨਕ ਸਾਹਿਬ ਜੀ ਨੇ ਸਰੀਰ ਵਿੱਚ ਰਹਿ ਕੇ ਸਾਨੂੰ ਦਰਸ਼ਨ ਦਿੱਤੇ ਜੀ। 70 ਸਾਲ 5 ਮਹੀਨੇ ਤੇ 7 ਦਿਨ ਰਹਿ ਕੇ ਮਹਾਰਾਜ ਨੇ ਇਸ ਸਰੀਰ ਵਿੱਚ ਦਰਸ਼ਨ ਦਿੱਤੇ ਜੀ। ਹਾਂਜੀ, ਦੋਹਰਾ ਸੰਮਤ 15 ਸਹਿ ਲਖੋ, ਅਧਿਕ 96 ਜਾਨ। ਬਿਕਰਮੀ ਸੰਮਤ ਕਵੀ ਜੀ ਲਿਖਦੇ ਆ, ਜਿਹੜੀ ਬਿਕਰਮੀ ਸੰਮਤ ਹੈ 1596। ਹਾਂਜੀ, ਅਸਜ ਵਦੀ ਦਸਵੀਂ ਬਿਖੈ, ਸੱਚਖੰਡ ਪ੍ਰਸਥਾਨ। ਬਿਕਰਮੀ ਸੰਮਤ 1596, ਅਸੂ ਵਦੀ 10ਵੀਂ ਤਰੀਕ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਮੇਤ ਸਰੀਰ ਦੇ ਸੱਚਖੰਡ ਗਏ। ਚੌਪਈ ਸ਼੍ਰੀ ਗੁਰ ਕਥਾ ਕਹੀ ਕੁਛ ਥੋਰੀ। ਹੁਣ ਅੱਗੋਂ ਕਵੀ ਸੰਤੋਖ ਸਿੰਘ ਜੀ ਦੀ ਨਿਮਰਤਾ ਸੁਣੋ। ਸਾਰੀ ਕਥਾ ਲਿਖ ਕੇ ਕਵੀ ਜੀ ਕਹਿੰਦੇ, ਸੰਗਤ ਜੀ ਮੈਂ ਮਹਾਰਾਜ ਦੀ ਥੋੜੀ ਕਥਾ ਲਿਖੀ ਹੈ।
ਹਾਂਜੀ। ਸਰਬ ਕਹਿਨ ਕੀ ਸ਼ਕਤ ਨਾ ਮੋਰੀ। ਕਿਉਂ? ਮੇਰੇ ਵਿੱਚ ਸ਼ਕਤੀ ਨਹੀਂ ਹੈਗੀ, ਸਮਰੱਥਾ ਹੀ ਨਹੀਂ ਹੈਗੀ। ਮੈਂ ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਕਥਾ ਲਿਖਾਂ ਕਹਿਣ ਲੱਗੇ, ਸਾਰੀ ਕਥਾ ਕਹਾਂ, ਮੇਰੇ ਵਿੱਚ ਇੰਨੀ ਤਾਕਤ ਨਹੀਂ ਹੈਗੀ। ਹਾਂਜੀ। ਆਹ ਜਥਾ ਮਤ ਤਥਾ ਸੁਬਰਨੀ। ਜਿੰਨੀ ਕਿ ਮੇਰੀ ਬੁੱਧੀ ਹੈ ਉਸ ਬੁੱਧੀ ਦੇ ਮੁਤਾਬਕ ਕਹਿਣ ਲੱਗੇ ਮੈਂ ਲਿਖ ਦਿੱਤੀ ਹੈ। ਹਾਂਜੀ। ਸ਼ਰੋਤਨ ਕੇ ਵਿਕਾਰ ਕੋ ਹਰਨੀ। ਬਾਕੀ ਇਹ ਗੱਲ ਪੱਕੀ ਹੈ, ਜੇ ਕੋਈ ਪ੍ਰੇਮੀ ਸਰੋਤਾ ਇਸ ਕਥਾ ਨੂੰ ਪਿਆਰ ਦੇ ਨਾਲ ਸੁਣੇ, ਉਹਦੇ ਅੰਦਰ ਦੀ ਮੈਲ ਦੂਰ ਹੋਏਗੀ ਜੀ, ਮੈਲ ਦੂਰ ਹੋਏਗੀ। ਕਵੀ ਜੀ ਲਿਖਦੇ ਆ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸਰੋਤਿਆਂ ਦੇ ਮਨ ਦੀ ਮੈਲ ਨੂੰ ਦੂਰ ਕਰਨ ਵਾਲੀ ਹੈ। ਹਾਂਜੀ। ਜੋਗ ਵਿਰਾਗ ਭਗਤ ਪੁੰਨ ਗਿਆਨਾ। ਗੁਰੂ ਸਾਹਿਬ ਨਾਲ ਜੁੜਨਾ ਕਿਵੇਂ ਹੈ? ਬੈਰਾਗ, ਭਗਤੀ, ਗਿਆਨ ਦੀ ਅਵਸਥਾ। ਹਾਂਜੀ। ਇਹ ਚਾਰੋਂ ਵਰਨੇ ਵਿਦਨਾਨਾ। ਇਸ ਗ੍ਰੰਥ ਵਿੱਚ ਕਹਿਣ ਲੱਗੇ ਮੈਂ ਇਹ ਚਾਰੇ ਹੀ ਗੱਲਾਂ ਬੜੇ ਤਰੀਕਿਆਂ ਨਾਲ ਵਰਣਨ ਕੀਤੀਆਂ। ਗੁਰੂ ਸਾਹਿਬ ਨਾਲ ਜੁੜਨਾ ਕਿਵੇਂ ਹੈ, ਜੁੜਨਾ ਕਿਵੇਂ ਹੈ, ਜੁੜੇ ਕਿਵੇਂ ਰਹਿ ਸਕਦੇ ਹਾਂ ਆਪਾਂ, ਇਸ ਗ੍ਰੰਥ ਵਿੱਚ ਕਹਿਣ ਲੱਗੇ ਮੈਂ ਇਹ ਚਾਰ ਚੀਜ਼ਾਂ ਬੜੇ ਪਿਆਰ ਨਾਲ ਵਰਣਨ ਕੀਤੀਆਂ। ਹਾਂਜੀ। ਦੇਵ ਸੰਪਦਾ ਗੁਣ ਜੇ ਬ੍ਰਿੰਦਾ। ਹੋਰ ਬੜੇ ਬੜੇ ਗੁਣਾਂ ਵਾਲੀ ਇਹ ਜਿਹੜੀ ਕਥਾ ਹੈ, ਜਾਂ ਮੈਂ ਭਨੇ ਹਨੈ ਦੁਖ ਦੁੰਦਾ। ਉਹ ਇਹਨੂੰ ਪੜ੍ਹ ਕੇ ਪਤਾ ਲੱਗੇਗਾ, ਤੁਹਾਨੂੰ ਸੁਣ ਕੇ ਪਤਾ ਲੱਗੇਗਾ। ਇਸ ਕਥਾ ਨੂੰ ਸੁਣਦਿਆਂ ਬੰਦੇ ਦੇ ਮਨ ਦੇ ਦੁੱਖ ਸਾਰੇ ਦੂਰ ਹੋ ਜਾਂਦੇ ਜੀ। ਹਾਂਜੀ। ਪੜ੍ਹੈ ਸੁਨੈ ਗੁਣ ਹਿਰਦੈ ਧਾਰਹਿ। ਜਿਹੜਾ ਇਸ ਕਥਾ ਨੂੰ ਪੜ੍ਹੇਗਾ ਸੁਣੇਗਾ ਫਿਰ ਇਹਦੇ ਗੁਣ ਹਿਰਦੇ ਵਿੱਚ ਧਾਰਨ ਕਰੇਗਾ। ਕਿਵੇਂ? ਸੰਗਤ ਜੀ ਤੁਸੀਂ ਨਮਾਜ਼ ਪੜ੍ਹਨ ਦੀ ਕਥਾ ਸੁਣੀ ਜੀ, ਨਮਾਜ਼ ਪੜ੍ਹਨ ਦੀ। ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਨਮਾਜ਼ ਪੜ੍ਹਨੀ ਸਿਖਾਈ ਜੀ। ਹੁਣ ਜਿਹੜਾ ਪੜ੍ਹੇਗਾ ਸੁਣੇਗਾ ਤੇ ਉਸੇ ਤਰੀਕੇ ਨਾਲ ਬਾਣੀ ਪੜ੍ਹੇਗਾ। ਹਾਂਜੀ। ਪੁੰਨ ਪੁੰਨ ਕਰ ਅਭਿਆਸ ਵਿਚਾਰ ਹੈ। ਕਵੀ ਜੀ ਕਹਿੰਦੇ ਸੁਣ ਕੇ ਛੱਡ ਨਾ ਦਿਓ ਕਥਾ, ਇਹਦਾ ਬਾਰ-ਬਾਰ ਅਭਿਆਸ ਕਰਿਓ। ਜੋ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਸੁਣੀਆਂ, ਉਹਨਾਂ ਵਿੱਚ ਕੀ ਵਰਤਾਰਾ ਵਰਤਿਆ, ਬਾਰ-ਬਾਰ ਇਸ ਗੱਲ ਨੂੰ ਸਮਝਿਓ ਕਹਿਣ ਲੱਗੇ। ਹਾਂਜੀ। ਲਖ ਹੈ ਅਸਤ ਸਤ ਸੋ ਨਿਰਨੋ। ਫਿਰ ਸਹੀ ਕੀ ਹੈ ਗਲਤ ਕੀ ਹੈ ਕਥਾ ਸੁਣਨ ਵਾਲੇ ਨੂੰ ਪਤਾ ਲੱਗ ਜਾਏਗਾ। ਹਾਂਜੀ। ਹਰਖ ਨਾ ਸ਼ੋਕ ਨਾ ਜਨਮ ਨਾ ਮਰਨੋ। ਜਿਹੜਾ ਕਥਾ ਸੁਣੇਗਾ, ਕਥਾ ਦੇ ਅਨੁਸਾਰ ਚੱਲੇਗਾ, ਕਹਿਣ ਲੱਗੇ ਅਵਸਥਾ ਕੀ ਪ੍ਰਾਪਤ ਹੋਏਗੀ? ਨਾ ਹਰਖ ਨਾ ਸ਼ੋਕ। ਇਹ ਅਵਸਥਾ ਪ੍ਰਾਪਤ ਹੋਏਗੀ, ਨਾਮ ਜਪ ਜਪ ਕੇ ਬੰਦਾ ਖੁਸ਼ੀ ਗਮੀ ਤੋਂ ਉੱਪਰ ਉੱਠ ਜਾਏਗਾ। ਹਾਂਜੀ। ਸਤਿਗੁਰ ਸਿਫਤ ਮਹਾਤਮ ਜੋਈ। ਕਵੀ ਜੀ ਲਿਖਦੇ ਆ, ਕਹਿੰਦੇ ਸਿੱਖੋ ਇਹ ਗ੍ਰੰਥ ਤੇ ਸੰਪੂਰਨ ਹੋ ਗਿਆ, ਪਰ ਇਹ ਗ੍ਰੰਥ ਗੁਰੂ ਨਾਨਕ ਸਾਹਿਬ ਜੀ ਦੀਆਂ ਸਿਫਤਾਂ ਦਾ ਭਰਿਆ ਹੋਇਆ। ਸਤਿਗੁਰਾਂ ਦੀਆਂ ਸਿਫਤਾਂ ਦਾ ਬੜਾ ਵੱਡਾ ਮਹਾਤਮ ਹੈ, ਗੁਰੂ ਜੀ ਦੀ ਵਡਿਆਈ ਦਾ ਬੜਾ ਵੱਡਾ ਮਹਾਤਮ ਹੈ। ਹਾਂਜੀ। ਜਗ ਮਹਿ ਪ੍ਰਗਟ ਦੁਰਿਓ ਨਹਿ ਸੋਈ। ਫਿਰ ਗੁਰੂ ਸਾਹਿਬ ਦੀ ਵਡਿਆਈ ਕੋਈ ਛੁਪੀ ਨਹੀਂ ਰਹਿਣ ਵਾਲੀ, ਜਗਤ ਵਿੱਚ ਪ੍ਰਗਟ ਹੋ ਹੀ ਜਾਣੀ ਹੈ, ਹੋ ਗਈ ਹੈ। ਸੁਮਤਵਾਨ ਜਾਣੈ ਬਿਦਨੀਕੇ। ਕਹਿਣ ਲੱਗੇ ਜਿਹੜੇ ਸੁਮਤਵਾਨ ਨੇ, ਜਿਹੜੇ ਸਿਆਣੇ ਆ, ਉਹ ਫਿਰ ਗੁਰੂ ਸਾਹਿਬ ਜੀ ਦੀ ਵੱਡੀ ਵਡਿਆਈ ਨੂੰ ਚੰਗੀ ਤਰ੍ਹਾਂ ਸਮਝਦੇ ਆ। ਹੁਣ ਵੇਖ ਲਓ, ਤੁਸੀਂ ਕਥਾ ਸੁਣੀ ਹੈ, ਕਥਾ ਵਿੱਚ ਢਿੱਲੇ ਮੱਠੇ ਬਚਨ ਵੀ ਆਏ ਸਨ ਨਹੀਂ, ਜਿਹੜੇ ਕਈ ਗੁਰੂ ਨਾਨਕ ਸਾਹਿਬ ਨੂੰ ਪੁੱਠਾ ਸਿੱਧਾ ਵੀ ਬੋਲਦੇ ਰਹੇ। ਸਿਆਣੇ ਬੰਦੇ ਉਹਨਾਂ ਗੱਲਾਂ ਨੂੰ ਨਹੀਂ ਲੈਂਦੇ ਜੀ, ਸਿਆਣੇ ਬੰਦੇ ਚੰਗੀ ਗੱਲ ਨੂੰ ਧਾਰਨ ਕਰ ਲੈਣਗੇ। ਹਾਂਜੀ। ਰਾਖਤ ਹੈ ਪਰੋਏ ਵਿੱਚ ਹੀ ਕੇ। ਕਹਿਣ ਲੱਗੇ ਜਿਹੜੇ ਸੁਮਤਵਾਨ ਨੇ ਉਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ ਆਪਣੇ ਹਿਰਦੇ ਵਿੱਚ ਪਰੋ ਕੇ ਰੱਖਣਗੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਹਿਰਦੇ ਵਿੱਚ ਪਰੋ ਕੇ ਰੱਖਣਗੇ। ਬਿਸ਼ਰਿਓ ਚਾਹਤ ਨਹੀਂ ਕਹਿ ਕਾਲਾ। ਉਹ ਫਿਰ ਕਿਸੇ ਵੀ ਸਮੇਂ ਸਤਿਗੁਰਾਂ ਤੋਂ ਵਿਛੜੇ ਨਹੀਂ ਰਹਿਣਾ ਚਾਹਣਗੇ ਵੀ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਵਿਛੜ ਜਾਈਏ, ਉਹ ਕਿਸੇ ਸਮੇਂ ਵੀ ਵਿਛੜਨਾ ਨਹੀਂ ਚਾਹਣਗੇ। ਹਾਂਜੀ। ਦ્વੈ ਲੋਚਨ ਸੁਖ ਦੇ ਜੋ ਬਿਸਾਲਾ। ਕਿਉਂ? ਇਹ ਕਥਾ ਸੁਣਨ ਵਾਲਿਆਂ ਨੂੰ ਅੱਖਾਂ ਆ ਜਾਂਦੀਆਂ। ਕਿਹੜੀਆਂ ਅੱਖਾਂ ਆ ਜਾਂਦੀਆਂ? ਗਿਆਨ ਵਾਲੀਆਂ ਆ ਜਾਂਦੀਆਂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗਿਆਨ ਹੋ ਜਾਂਦਾ। ਜਿਹਨੂੰ ਗਿਆਨ ਹੋ ਜਾਂਦਾ
ਉਹਨੂੰ ਚੰਗੇ ਬੁਰੇ ਦੀ ਸਮਝ ਹੋ ਜਾਂਦੀ ਹੈ। ਹੁਣ ਕਈ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਆ ਪਿੱਛੇ ਜੇ ਇੱਕ ਕਹਿ ਰਿਹਾ ਸੀ ਵੀ ਮਹਾਰਾਜ ਨੂੰ ਕਿਡਨੈਪ ਕਰ ਲਿਆ ਅਖੀਰਲੇ ਸਮੇਂ, ਵਾਹ ਤੇ ਮਹਾਰਾਜ ਦਾ ਸਰੀਰ ਇਹਨਾਂ ਨੇ ਜਾਣ ਕੇ ਅਲੋਪ ਕਰਤਾ। ਹੁਣ ਜਿਨ੍ਹਾਂ ਕਥਾ ਸੁਣੀ ਉਹਨਾਂ ਨੂੰ ਪਤਾ ਲੱਗ ਗਿਆ ਮਹਾਰਾਜ ਨੇ ਸਰੀਰ ਕਿਉਂ ਅਲੋਪ ਕੀਤਾ ਸੀਗਾ ਜੀ, ਕਿਉਂ ਕੀਤਾ ਜੀ। ਕਵੀ ਜੀ ਲਿਖਦੇ ਕਹਿੰਦੇ ਇਹ ਕਥਾ ਸੁਣਨ ਨਾਲ ਮਾਨੋ ਦੋ ਅੱਖਾਂ ਮਿਲ ਜਾਂਦੀਆਂ ਗਿਆਨ ਦੀਆਂ, ਜਿਹਦੇ ਨਾਲ ਸੁੱਖ ਮਿਲਦਾ, ਬੰਦਾ ਭੁਲੇਖੇ ਵਿੱਚ ਨਹੀਂ ਪੈਂਦਾ ਆਪਣੀ ਜ਼ਿੰਦਗੀ 'ਚ। ਨਹੀਂ ਤੇ ਸੰਗਤ ਜੀ ਬੜੇ ਭੁਲੇਖੇ ਪਾਉਣ ਵਾਲੇ ਬੈਠੇ ਆ ਨੈੱਟ ਤੇ ਬਹੁਤੇ ਭੁਲੇਖਾ ਹੀ ਪਾਉਂਦੇ ਆ, ਵਿਰਲੇ ਵਿਰਲੇ ਆ ਜਿਹੜੇ ਸੱਚ ਦੱਸਦੇ ਆ। ਹਾਂਜੀ, ਹੁਤੀ ਨਾ ਸ਼ਕਤ ਮੋਹਿ ਮਹਿ ਐਸੇ, ਗ੍ਰੰਥ ਸੰਪੂਰਨ ਭਾਵ ਜੈਸੇ। ਬਾਕੀ ਕਵੀ ਜੀ ਇੱਕ ਗੱਲ ਬਾਰ-ਬਾਰ ਲਿਖਦੇ, ਉਹ ਕਹਿੰਦੇ ਸਿੱਖੋ ਮੇਰੇ ਵਿੱਚ ਨਹੀਂ ਸੀ ਸ਼ਕਤੀ, ਮੇਰੇ ਵਿੱਚ ਨਹੀਂ ਸੀ ਸ਼ਕਤੀ, ਇਹ ਤਾਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਤੀ। ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਇਹ ਗ੍ਰੰਥ ਸੰਪੂਰਨ ਹੋਇਆ। ਹਾਂਜੀ, ਕਿਰਪਾ ਧਾਰ ਸਤਿਗੁਰ ਮੁਝ ਤਾਈ, ਜਿਉਂ ਜਿਉਂ ਮੋਹਿ ਮਤ ਦੇ ਬਨਵਾਈ। ਕਵੀ ਜੀ ਲਿਖਦੇ ਕਹਿੰਦੇ ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਮੇਰੇ ਤੇ ਕਿਰਪਾ ਕਰੀ ਗਏ, ਮੈਨੂੰ ਬੁੱਧੀ ਬਖਸ਼ਦੇ ਗਏ, ਉਵੇਂ ਉਵੇਂ ਮੈਂ ਲਿਖਦਾ ਗਿਆ। ਤਿਉਂ ਮੈਂ ਕਹੀ ਕਥਾ ਅਤਰੂਰੀ, ਤਿਉਂ ਤਿਉਂ ਮੈਂ ਇਹ ਸੋਹਣੀ ਕਥਾ ਕਹੀ ਹੈ, ਸੋਹਣੀ ਕਥਾ ਕਹੀ ਹੈ। ਸੰਗਤ ਜੀ ਇਹ ਜਿਹੜਾ ਕਥਾ ਰੋਜ਼ ਸੁਣਦਾ ਉਹਦੇ ਪੁੰਨ ਵੱਧ ਜਾਂਦੇ ਜੀ। ਮੈਨੂੰ ਵਿਦੇਸ਼ ਵਿੱਚੋਂ ਬੜਿਆਂ ਦੇ ਫੋਨ ਆਏ ਆ, ਉਹ ਕਹਿੰਦੇ ਵੀ ਕਥਾ ਸੁਣ ਸੁਣ ਕੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਈ, ਅਸੀਂ ਆਪੇ ਹੀ ਅੰਮ੍ਰਿਤ ਛਕ ਲਏ। ਕਹਿਣ ਲੱਗੇ ਅਸੀਂ ਆਪੇ ਹੀ ਛਕ ਲਏ ਜੀ, ਕਿਉਂਕਿ ਕਹਿਣ ਲੱਗੇ ਮਹਾਰਾਜ ਦਾ ਜਾਸੀ ਇਹੋ ਜਿਹਾ ਹੈ। ਕਹਿਣ ਲੱਗੇ ਜਿਵੇਂ ਜਿਵੇਂ ਮੈਨੂੰ ਮਹਾਰਾਜ ਨੇ ਲਿਖਵਾਇਆ ਤਿਉਂ ਤਿਉਂ ਮੈਂ ਲਿਖੀ ਹੈ ਮਹਾਰਾਜ ਦੀ ਸੋਹਣੀ ਕਥਾ। ਹਾਂਜੀ, ਜੋ ਸਾਧਨ ਅਪਵਰਗ ਹੈ ਪੂਰੀ, ਇਹ ਮੁਕਤੀ ਦੇ ਸਾਧਨ ਵਾਸਤੇ ਸਹਾਈ ਹੋਏਗੀ। ਮਹਾਰਾਜ ਦਾ ਜਸ ਸੁਣੋਗੇ, ਗੁਰੂ ਸਾਹਿਬ ਦੀ ਵਡਿਆਈ ਸੁਣੋਗੇ, ਨਾਮ ਹਿਰਦੇ ਵਿੱਚ ਵਾਹਿਗੁਰੂ ਨਾਮ ਜਪਣ ਦਾ ਜੀ ਕਰੇਗਾ। ਹਾਂਜੀ, ਸ਼੍ਰੀ ਨਾਨਕ ਪਦ ਪੰਕਜ ਬੰਦਨ। ਗ੍ਰੰਥ ਸੰਪੂਰਨ ਕਰਕੇ, ਇਹ ਸਾਰਾ ਗ੍ਰੰਥ ਸੰਪੂਰਨ ਕਰਕੇ ਕਵੀ ਸੰਤੋਖ ਸਿੰਘ ਜੀ ਹੁਣ 10 ਗੁਰੂਆਂ ਦਾ ਮੰਗਲ ਲਿਖਦੇ ਆ। ਬੜੇ ਸਿਆਣੇ ਨੇ। ਆਪਾਂ ਕੋਈ ਕੰਮ ਕਰਦੇ ਆ ਪਹਿਲਾਂ ਤੇ ਅਰਦਾਸ ਕਰ ਲੈਨੇ ਆ, ਸ਼ੁਕਰਾਨੇ ਦੀ ਅਰਦਾਸ ਨਹੀਂ ਕਰਦੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਹੁਤਿਆਂ ਦਾ ਹਿਸਾਬ ਇਹੋ ਹੀ ਹੈ। ਸਾਧ ਸੰਗਤ ਜਦੋਂ ਕੰਮ ਕਰਨਾ ਹੁੰਦਾ ਉਦੋਂ ਤੇ ਲੰਮੀਆਂ ਅਰਦਾਸਾਂ, ਮਹਾਰਾਜ ਸਾਡਾ ਕੰਮ ਸਫਲਾ ਹੋ ਜੇ, ਤੇ ਜਦੋਂ ਕੰਮ ਹੋ ਜਾਂਦਾ ਉਦੋਂ ਧੰਨਵਾਦ ਦੀ ਅਰਦਾਸ ਵੀ ਨਹੀਂ ਕਰਦੇ। ਕਵੀ ਜੀ ਨੇ ਗ੍ਰੰਥ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਦਾ ਸ਼ੁਕਰਾਨਾ ਕੀਤਾ, ਅਰਦਾਸ ਵੀ ਕੀਤੀ, ਤੇ ਹੁਣ ਗ੍ਰੰਥ ਦੀ ਸੰਪੂਰਨਤਾ ਤੇ 10 ਪਾਤਸ਼ਾਹੀਆਂ ਦਾ ਧੰਨਵਾਦ ਕਰਦੇ ਆ ਜੀ। 10 ਗੁਰੂਆਂ ਦਾ ਧੰਨਵਾਦ ਕਰਦੇ ਆ। ਉਹ ਧੰਨਵਾਦ ਆਪ ਜੀ ਰੋਜ਼ ਸੁਣਦੇ ਹੋ, ਬਿਨ ਨਾਗਾ ਜਿਹੜੇ ਕਥਾ ਸੁਣਦੇ ਆ ਉਹ ਕਥਾ ਵਿੱਚ ਸੁਣਦੇ ਆ। ਕਵੀ ਜੀ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਲਿਖਦੇ, ਆਪਾਂ ਰੋਜ਼ ਸੁਣਦੇ, ਸ੍ਰੀ ਨਾਨਕ ਪਗ ਪੰਕਜ ਬੰਦਨ। ਕਹਿਣ ਲੱਗੇ ਭਾਈ ਸਿੱਖੋ ਕਥਾ ਸੰਪੂਰਨ ਹੋਈ, ਮੈਂ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਮੱਥਾ ਟੇਕਦਾ। ਹਾਂਜੀ, ਸਿਮਰੋ ਅੰਗਦ ਦੋਖ ਨਿਕੰਦਨ। ਫਿਰ ਦੋਖਾਂ ਦਾ ਨਾਸ ਕਰਨ ਵਾਲੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ਼ ਮਹਾਰਾਜ ਜੀ ਨੂੰ ਵੀ ਮੈਂ ਯਾਦ ਕਰਦਾ। ਹਾਂਜੀ, ਅਮਰਦਾਸ ਗੁਰ ਹਿਰਦੇ ਧਿਆਵੋ। ਫਿਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੂੰ ਮੈਂ ਆਪਣੇ ਹਿਰਦੇ ਵਿੱਚ ਯਾਦ ਕਰਦਾ। ਤੁਸੀਂ ਵੀ ਕਹਿੰਦੇ ਆਪਣੇ ਹਿਰਦੇ 'ਚ ਗੁਰੂ ਅਮਰਦਾਸ ਜੀ ਨੂੰ ਯਾਦ ਕਰਿਆ ਕਰੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਮੈਂ ਗੁਰੂ ਰਾਮਦਾਸ ਜੀ ਦੇ ਗੁਣ ਵੀ ਗਾਉਂਦਾ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਵੀ ਕਹਿਣ ਲੱਗੇ ਮੈਂ ਲੈਣਾ, ਗੁਣ ਗਾਉਣਾ ਕਥਾ ਵਿੱਚ। ਪਿਆਰ ਨਾਲ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸ਼੍ਰੀ ਅਰਜਨ ਬਿਗਨਨ ਕੇ ਨਾਸਕ। ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਭ ਬਿਗਨਾਂ ਦਾ ਨਾਸ਼ ਕਰਨ ਵਾਲੇ ਹੈ।
ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਲਿਆ ਸਾਰੇ ਵਿਘਨ ਦੂਰ ਹੁੰਦੇ ਆ। ਕਵੀ ਜੀ ਲਿਖਦੇ, ਜਪਿਓ ਜਿਨੇ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਹਾਂਜੀ, ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਕਥਾ ਦੀ ਸੰਪੂਰਨਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧੰਨਵਾਦ ਕਰਦੇ ਕਵੀ ਜੀ। ਕਹਿੰਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਮਹਾਰਾਜ ਤੁਸੀਂ ਸੋਹਣੀ ਮੱਤ ਦੇਣ ਵਾਲੇ ਹੋ, ਚੰਗੀ ਮੱਤ ਦਾ ਪ੍ਰਕਾਸ਼ ਕਰਨ ਵਾਲੇ ਹੋ। ਜੇ ਕਿਸੇ ਵਿੱਚ ਮਾੜੀ ਮੱਤ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਵੇ ਨਾ, ਉਹ ਪਿਆਰ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰੇ ਜੀ। ਹਾਂਜੀ, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ। ਫਿਰ ਕਵੀ ਜੀ ਕਹਿੰਦੇ, ਮੈਂ ਆਪਣੇ ਅਸਥਾਨ ਤੇ ਬੈਠਾ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਤੁਹਾਡੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਮੱਥਾ ਟੇਕਦਾ ਹਾਂ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਤੇ ਬਾਰ-ਬਾਰ ਯਾਦ ਕਰਦਾ। ਮਨਾਏ ਬਹੋਰੀ, ਬਹੋਰੀ ਦਾ ਮਤਲਬ ਬਾਰ-ਬਾਰ। ਕਿਉਂ? ਗੂੰਗਿਆਂ ਦੇ ਕੋਲੋਂ ਕਥਾ ਕਰਾਉਣ ਵਾਲੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ। ਜੇ ਗੁਰੂ ਹਰਕ੍ਰਿਸ਼ਨ ਸਾਹਿਬ ਨਾ ਕਿਰਪਾ ਕਰਨ, ਸਾਧ ਸੰਗਤ ਬੰਦਾ ਫਤਿਹ ਨਹੀਂ ਬੁਲਾ ਸਕਦਾ ਜੀ ਸਟੇਜ ਤੇ ਚੜ੍ਹ ਕੇ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਛੜੀ ਰੱਖਦੇ ਆ ਤਾਂ ਬੋਲਿਆ ਜਾਂਦਾ। ਕਵੀ ਜੀ ਲਿਖਦੇ, ਕਹਿੰਦੇ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਨੂੰ ਬਾਰ-ਬਾਰ ਯਾਦ ਕਰਦਾ, ਆਪ ਜੀ ਨੂੰ ਬਾਰ-ਬਾਰ ਆਪ ਜੀ ਦੇ ਚਰਨ ਮਨਾਉਂਦਾ ਹਾਂ। ਤੇਗ ਬਹਾਦਰ ਪਰਮ ਕਿਰਪਾਲਾ। ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਪਰਮ ਕਿਰਪਾਲੂ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਨ ਸੂਰਬੀਰ, ਕਥਨੀ ਦੇ ਕਰਨੀ ਦੇ ਹਰ ਪਾਸੇ ਪੂਰੇ ਨੇ ਸੱਚੇ ਪਾਤਸ਼ਾਹ। ਵਿਸਾਲਾ ਬੜੇ ਵੱਡੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਮਹਾਰਾਜ ਮੈਂ ਆਪ ਜੀ ਨੂੰ ਯਾਦ ਕਰਦਾ ਹਾਂ। ਇਹ ਜਿਹੜੀਆਂ ਪੰਕਤੀਆਂ ਨੇ 3 ਚੌਪਈਆਂ ਨੇ ਜੀ, ਇਹ 3 ਚੌਪਈਆਂ ਹਰ ਰੋਜ਼ ਕਥਾ ਤੋਂ ਪਹਿਲਾਂ ਸੰਗਤਾਂ ਇਕੱਠੀਆਂ ਹੋ ਕੇ ਮੰਗਲ ਪੜ੍ਹਦੀਆਂ। ਹਾਂਜੀ, ਧਰੋਂ ਧਰਾ ਪਰ ਪੁਨ ਪੁਨ ਸੀਸਾ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ, ਕਹਿੰਦੇ ਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿੱਥੇ ਆਪ ਜੀ ਬੈਠੇ ਹੋਵੋ ਉਸ ਧਰਤੀ ਤੇ ਮੈਂ ਬਾਰ-ਬਾਰ ਮੱਥਾ ਰੱਖ ਕੇ ਮੱਥਾ ਟੇਕਦਾ ਹਾਂ। ਬੰਦੋਂ ਬਾਰ-ਬਾਰ ਜਗਦੀਸ਼ਾ। ਫਿਰ ਇੱਕ ਵਾਰ ਨਹੀਂ, ਬਾਰ-ਬਾਰ ਮੱਥਾ ਟੇਕਦਾ, ਬਾਰ-ਬਾਰ ਮੱਥਾ ਟੇਕਦਾ। ਇਹ ਕਵੀ ਜੀ ਪਿਆਰ ਵਿੱਚ ਆ ਕੇ 10 ਪਾਤਸ਼ਾਹੀਆਂ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੰਗਲ ਕਰਦੇ ਹਨ। ਹਾਂਜੀ, ਦੋਹਰਾ ਸ਼੍ਰੀਮਤ ਸਿਮਰਨ ਰਤ ਗੁਰ ਸੰਤ ਸਿੰਘ ਸ਼ੁਭ ਨਾਮ। ਹੁਣ ਕਵੀ ਸੰਤੋਖ ਸਿੰਘ ਜੀ ਆਪਣੇ ਉਸਤਾਦ ਦਾ ਜ਼ਿਕਰ ਕਰਦੇ ਜੀ। 10 ਪਾਤਸ਼ਾਹੀਆਂ ਦਾ ਜ਼ਿਕਰ ਕਰਕੇ ਆਪਣੇ ਉਸਤਾਦ ਬਾਰੇ ਵੀ ਲਿਖਦੇ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਜੋ ਗੁਰ ਗੋਪੇ ਆਪਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ। ਮਹਾਰਾਜ ਕਹਿੰਦੇ ਸੋ ਭਲਾ ਨਾਹੀਂ, ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀਂ। ਜਿਹੜਾ ਆਪਣੇ ਉਸਤਾਦ ਦਾ ਨਾਮ ਛੁਪਾਵੇ, ਉਹਦੀ ਨਿੰਦਿਆ ਕਰੇ, ਉਹ ਬੰਦਾ ਚੰਗਾ ਨਹੀਂ ਹੈਗਾ ਜੀ। ਇਹ ਸਤਿਗੁਰੂ ਬਾਣੀ 'ਚ ਕਹਿੰਦੇ। ਕਵੀ ਜੀ ਲਿਖਦੇ, ਕਹਿੰਦੇ ਮੇਰੇ ਉਸਤਾਦ ਸ਼੍ਰੀਮਤ, ਬੜੀ ਉੱਤਮ ਮੱਤ ਵਾਲੇ, ਬੜੀ ਸ੍ਰੇਸ਼ਟ ਮੱਤ ਵਾਲੇ, ਸਿਮਰਨ ਰਤ ਗੁਰ, ਸਦਾ ਗੁਰੂ ਸਾਹਿਬ ਦੇ ਸਿਮਰਨ ਵਿੱਚ, ਗੁਰੂ ਸਾਹਿਬ ਜੀ ਦੀ ਯਾਦ ਵਿੱਚ ਰਹਿਣ ਵਾਲੇ। ਤੇ ਨਾਮ ਕੀ ਹੈ? ਸੰਤ ਸਿੰਘ ਸ਼ੁਭ ਨਾਮ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਕਹਿੰਦੇ ਮੇਰੇ ਉਸਤਾਦ ਦਾ ਨਾਮ ਹੈ ਗਿਆਨੀ ਸੰਤ ਸਿੰਘ ਜੀ। ਤੇ ਸਾਧ ਸੰਗਤ ਜੀ, ਇਹ ਗਿਆਨੀ ਸੰਤ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਹੋਏ ਆ ਜੀ। ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਹੋਏ ਆ ਗਿਆਨੀ ਸੰਤ ਸਿੰਘ ਜੀ। ਉਹਨਾਂ ਦੇ ਕੋਲੋਂ ਪੜ੍ਹੇ ਆ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ। ਹਾਂਜੀ, ਵਿਦਿਆ ਜਿਨ ਤੇ ਮੈਂ ਪਠੀ, 3 ਪਦ ਕਰੂੰ ਪ੍ਰਣਾਮ। ਕਹਿੰਦੇ ਸੰਗਤ ਜੀ ਮੈਂ ਵਿਦਿਆ ਉਹਨਾਂ ਤੋਂ ਪੜ੍ਹੀ ਹੈ, ਸੰਤ ਸਿੰਘ ਜੀ ਤੋਂ ਮੈਂ ਵਿਦਿਆ ਪੜ੍ਹੀ ਹੈ, ਗਿਆਨੀ ਜੀ ਹੋਣਾ ਤੋਂ ਮੈਂ ਉਹਨਾਂ ਦੇ ਚਰਨਾਂ ਵਿੱਚ ਵੀ ਪ੍ਰਣਾਮ ਕਰਦਾ। ਉਹਨਾਂ ਦਾ ਵੀ ਆਸ਼ੀਰਵਾਦ ਹੈ ਗ੍ਰੰਥ ਪੂਰਾ ਹੋਣ ਵਿੱਚ। ਹਾਂਜੀ, ਕਬਿਤ ਸੁਤਾ ਸਤ ਤਾਸ ਕੀ ਸਨੈਸਾ ਪਾਪ ਰਾਸ ਕੀ, ਦਵਿਆ ਮੁਖ ਦਾਸ ਕੀ ਲਖੈ ਸੁਨੇਮ ਜਮੁਨਾ। ਹੁਣ ਜਮਨਾ ਦੇ ਕੰਢੇ ਬੈਠ ਕੇ ਕਵੀ ਜੀ ਨੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ। ਜਮਨਾ ਦੇ ਕੰਢੇ ਬੈਠ ਕੇ ਲਿਖਿਆ, ਜਮਨਾ ਦੀ ਵੀ ਵਡਿਆਈ ਕਰਦੇ ਆ। ਕਿਉਂਕਿ ਰੋਜ਼ ਜਿੱਥੇ ਬੈਠੀਏ ਨਾ, ਉਥੋਂ ਦੇ ਫੁੱਲ, ਉਥੋਂ ਦੇ ਰੁੱਖ, ਉਹ ਥਾਂ ਵੀ ਬੰਦੇ ਦੀ ਮਿੱਤਰ ਬਣ ਜਾਂਦੀ ਜੀ।
ਜਿੱਥੇ ਬੰਦਾ ਰੋਜ਼ ਬੈਠੇ ਭਜਨ ਕਰੇ, ਅਭਿਆਸ ਕਰੇ, ਦੁਨਿਆਵੀ ਪੜ੍ਹਾਈ ਵੀ ਕਰੇ। ਤੇ ਕਵੀ ਜੀ ਨੇ ਤੇ ਇੰਨਾ ਵੱਡਾ ਗ੍ਰੰਥ ਲਿਖਿਆ ਜੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਜਮਨਾ ਨੂੰ ਸੂਰਜ ਦੀ ਪੁੱਤਰੀ ਕਹਿੰਦੇ ਆ, ਪਾਪਾਂ ਨੂੰ ਦੂਰ ਕਰਨ ਵਾਲੀ ਮੰਨਦੇ ਆ। ਕਹਿਣ ਲੱਗੇ ਮੈਂ ਇਹਦੇ ਕੰਢੇ ਤੇ ਬੈਠ ਕੇ ਇਹ ਸਾਰਾ ਗ੍ਰੰਥ ਜਿਹੜਾ ਸੰਪੂਰਨ ਕੀਤਾ। ਬੜੀ ਉਸਤਤ ਕੀਤੀ ਜੀ ਉਹਨਾਂ ਨੇ, ਜਮਨਾ ਦੀ ਬੜੀ ਉਸਤਤ ਕੀਤੀ। ਹਾਂਜੀ। ਚੌਪਈ ਆਦ ਸੁਧਾਸਰ ਜੇ ਇਸ ਥਾਨਾ, ਹਾਂਜੀ। ਖੋਜ ਖੋਜ ਨੀਕੇ ਬਿਦਨਾਨਾ। ਕਹਿਣ ਲੱਗੇ ਇਸ ਗ੍ਰੰਥ ਨੂੰ ਲਿਖਣ ਵਿੱਚ ਜਮਨਾ ਨੇ ਮੇਰਾ ਬੜਾ ਸਾਥ ਦਿੱਤਾ। ਕਾਲੇ ਰੰਗ ਦਾ ਪਾਣੀ ਹੈ, ਕ੍ਰਿਸ਼ਨ ਜੀ ਦੀ ਪਤਨੀ ਮੰਨੀ ਜਾਂਦੀ ਹੈ, ਸੂਰਜ ਦੀ ਪੁੱਤਰੀ ਮੰਨੀ ਜਾਂਦੀ ਹੈ। ਮੇਰਾ ਬੜਾ ਸਾਥ ਦਿੱਤਾ ਇਹਨੇ। ਕਹਿਣ ਲੱਗੇ ਮੈਂ ਜਮਨਾ ਦਾ ਵੀ ਧੰਨਵਾਦ ਕਰਦਾ ਹਾਂ। ਫਿਰ ਕਥਾ ਲਿਖਣ ਦਾ ਚਾਅ ਕਿੱਥੋਂ ਪੈਦਾ ਹੋਇਆ? ਕਹਿੰਦੇ ਦਰਬਾਰ ਸਾਹਿਬ ਰਹਿੰਦਿਆਂ ਸਿੱਖਾਂ ਕੋਲੋਂ ਮੈਂ ਸਤਿਗੁਰਾਂ ਦਾ ਜਸ ਸੁਣਦਾ ਹੁੰਦਾ ਸਾਂ। ਹੋਰ ਜਿਹੜੇ ਅਸਥਾਨ ਹੈ ਮੈਂ ਉਹਨਾਂ ਤੋਂ ਮਹਾਰਾਜ ਜੀ ਦੀ ਸਿਫਤ ਸੁਣੀ। ਜੋ ਜੋ ਮੈਂ ਸੁਣਦਾ ਸਾਂ, ਕਹਿਣ ਲੱਗੇ ਹੌਲੀ ਹੌਲੀ ਮੈਂ ਲਿਖਦਾ ਗਿਆ ਉਹ ਸਾਰਾ ਕੁਝ। ਹਾਂਜੀ। ਲਿਖੀ ਦੇਤ ਕੀਤੀ ਬਹੁਥਾਈ, ਕੀਤੀ ਸੁਣੀ ਜੋ ਮਨ ਮਹਿ ਭਾਈ। ਜਿਹੜੀਆਂ ਜਿਹੜੀਆਂ ਗੱਲਾਂ ਮੇਰੇ ਮਨ ਨੂੰ ਬੜੀਆਂ ਹੀ ਚੰਗੀਆਂ ਲੱਗੀਆਂ, ਕਵੀ ਸੰਤੋਖ ਸਿੰਘ ਕਹਿੰਦੇ ਫਿਰ ਮੈਂ ਉਹ ਇਸ ਗ੍ਰੰਥ ਵਿੱਚ ਲਿਖੀਆਂ ਬੜੇ ਪਿਆਰ ਨਾਲ। ਹਾਂਜੀ। ਬੀਨ ਬੀਨ ਗੁਰ ਮਹਿਮਾ ਆਛੀ। ਸਾਰੀ ਕਥਾ ਨਹੀਂ ਲਿਖੀ, ਕਹਿਣ ਲੱਗੇ ਮੈਂ ਚੁਣ ਚੁਣ ਕੇ ਕਥਾ ਲਿਖੀ ਹੈ, ਚੁਣ ਚੁਣ ਕੇ ਕਥਾ ਲਿਖੀ ਹੈ। ਗੁਰੂ ਸਾਹਿਬ ਜੀ ਦੀ ਵੱਡੀ ਵਡਿਆਈ ਵਾਲੀ ਇਹ ਕਥਾ ਲਿਖੀ ਹੈ। ਨਹੀਂ ਤੇ ਹੋਰ ਬੜੇ ਪ੍ਰਸੰਗ ਸਨ, ਕਹਿਣ ਲੱਗੇ ਮੈਂ ਉਹ ਨਹੀਂ ਲਿਖੇ। ਹਾਂਜੀ। ਮੱਖਣ ਜਿਉਂ ਲੀਨੀ ਤਜ ਸ਼ਾਸ਼ੀ। ਜਿਵੇਂ ਮੱਖਣ ਕੱਢ ਲਈਏ ਤੇ ਲੱਸੀ ਇੱਕ ਪਾਸੇ ਰਹਿਣ ਦਈਦੀ ਹੈ ਨਾ, ਬਸ ਮੱਖਣ ਹੀ ਲਈਦਾ। ਕਹਿਣ ਲੱਗੇ ਬਸ ਮੱਖਣ ਜਿਹੜਾ ਨਾ ਤੱਤ, ਉਹ ਮੈਂ ਇਸ ਗ੍ਰੰਥ ਵਿੱਚ ਪਾ ਦਿੱਤਾ ਹੈ। ਕਵਿਤਾ ਤਾਂ ਕੀ ਰੁਚਰ ਬਣਾਈ। ਹਾਂਜੀ। ਸਤਿਗੁਰ ਸਿੱਖਨ ਕੇ ਮਨ ਭਾਈ। ਕਹਿਣ ਲੱਗੇ ਕਵਿਤਾ ਮੈਂ ਤੇ ਆਪਣੇ ਵੱਲੋਂ ਪੂਰੀ ਸੁੰਦਰ ਲਿਖੀ ਹੈ, ਤੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਵੀ ਬੜੀ ਚੰਗੀ ਲੱਗੀ ਹੈ। ਜਦੋਂ ਕਵੀ ਜੀ ਸੰਗਤ ਜੀ ਇਹ ਕਥਾ ਲਿਖਦੇ ਹੁੰਦੇ ਸੀ ਨਾ, ਤੇ ਵਿਦਵਾਨਾਂ ਨੇ ਗਿਆਨੀਆਂ ਨੇ ਆ ਕੇ ਕਥਾ ਜਿੰਨੀ ਲਿਖੀ ਹੋਣੀ ਨਾਲੇ ਲਿਖ ਕੇ ਲੈ ਜਾਣੀ। ਤੇ ਜਿੱਥੇ ਜਿੱਥੇ ਗੁਰਦੁਆਰਾ ਸਾਹਿਬ 'ਚ ਜਿਹੜੇ ਜਿਹੜੇ ਗ੍ਰੰਥੀ ਸਨ, ਉਹ ਫਿਰ ਇਹ ਕਥਾ ਜਿਹੜੀ ਸੀ ਆਪਣੇ ਗੁਰਦੁਆਰਾ ਸਾਹਿਬ ਜਾ ਕੇ ਕਰਦੇ ਸਨ, ਅਸਥਾਨਾਂ 'ਤੇ ਹੁੰਦੀ ਸੀ। ਅਜੇ ਇਹ ਗ੍ਰੰਥ ਸੰਪੂਰਨ ਨਹੀਂ ਸੀ ਹੋਇਆ। ਗ੍ਰੰਥ ਸੰਪੂਰਨ ਹੋਣ ਤੋਂ ਪਹਿਲਾਂ ਹੀ ਅਸਥਾਨਾਂ 'ਤੇ ਇਹਦੀ ਕਥਾ ਸ਼ੁਰੂ ਹੋ ਗਈ ਸੀਗੀ ਜੀ। ਕਵੀਆਂ ਨੇ ਆਉਣਾ, ਗ੍ਰੰਥੀ ਗਿਆਨੀ ਸਿੰਘਾਂ ਆਉਣਾ, ਜਿੰਨੀ ਕਥਾ ਲਿਖੀ ਹੋਣੀ ਉਹ ਲੈ ਜਾਣੀ ਲਿਖ ਕੇ, ਉਹਦੀ ਫਿਰ ਕਥਾ ਕਰਨੀ ਅੱਗੇ ਜਾ ਕੇ। ਕਹਿਣ ਲੱਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਤਿਗੁਰ ਸਿੱਖਣ ਕੇ ਮਨ ਭਾਈ। ਇਹ ਕਥਾ ਫਿਰ ਮਹਾਰਾਜ ਦੇ ਸਿੱਖਾਂ ਨੂੰ ਚੰਗੀ ਵੀ ਲੱਗੀ ਹੈ। ਤੇ ਆ ਜਿਨ੍ਹਾਂ ਨੂੰ ਨਹੀਂ ਚੰਗੀ ਲੱਗਦੀ ਸਮਝ ਲਓ ਸਿੱਖ ਨਹੀਂ ਹੈਗੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰ ਸਿੱਖਾਂ ਕੈ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਹਾਂਜੀ। ਜਹਾਂ ਭੂਲ ਮੁਝ ਤੇ ਕੁਛ ਹੋਈ। ਫਿਰ ਕਵੀ ਸੰਤੋਖ ਸਿੰਘ ਜੀ ਦੀ ਨਿਮਰਤਾ, ਕਹਿੰਦੇ ਸਿੱਖੋ ਤੁਸੀਂ ਸਿਆਣੇ ਹੋ, ਜਿੱਥੇ ਕਥਾ ਲਿਖਦਿਆਂ ਮੇਰੇ ਕੋਲੋਂ ਕਿਤੇ ਭੁੱਲ ਹੋ ਗਈ ਹੋਵੇ, ਸੁਨ ਪਾਠ ਕਰੈ ਰੋਸ ਨਹਿ ਕੋਈ। ਪੜ੍ਹ ਕੇ ਗੁੱਸਾ ਨਾ ਕਰੀ ਜਾਇਓ, ਪੜ੍ਹ ਕੇ ਵਿਵਾਦ ਨਾ ਛੇੜ ਲਿਓ, ਸਟੇਜਾਂ ਤੇ ਨਾ ਸੁਣਾਇਓ, ਗੁੱਸਾ ਨਾ ਕਰਿਓ ਜੇ ਮੇਰੇ ਕੋਲੋਂ ਕਿਤੇ ਕੋਈ ਭੁੱਲ ਚੁੱਕ ਹੋ ਗਈ ਹੋਵੇ। ਕਿਰਪਾ ਧਾਰ ਸੋ ਲਿਹੋ ਬਣਾਏ। ਕਿਰਪਾ ਕਰਕੇ ਆਪੇ ਠੀਕ ਵੀ ਕਰ ਲਿਓ। ਕਹਿਣ ਲੱਗੇ ਸਾਧ ਸੰਗਤ ਕੋਈ ਲੇਖਕ ਪੁਸਤਕ ਲਿਖਦਾ, ਉਹ ਲਿਖ ਦਿੰਦਾ ਹੈ ਵੀ ਲੇਖਕ ਦੇ ਹੱਕ ਰਾਖਵੇਂ ਨੇ, ਦੂਜਾ ਨਹੀਂ ਵਿੱਚ ਕੋਈ ਛੇੜਛਾੜ ਕਰ ਸਕਦਾ। ਕਵੀ ਸੰਤੋਖ ਸਿੰਘ ਹੋਣਾ ਖੁੱਲੀ ਛੁੱਟੀ ਦੇਤੀ। ਕਹਿਣ ਲੱਗੇ ਜਿਹਦਾ ਜੀ ਕਰਦਾ ਨਾ, ਕਹਿਣ ਲੱਗੇ ਉਹ ਕਥਾ ਵਿੱਚ ਆਪਣੇ ਵੱਲੋਂ ਲਿਖ ਸਕਦਾ, ਪਰ ਲਿਖੇ ਉਹ ਜਿਹੜਾ ਇਹਦੇ ਤੋਂ ਸੋਹਣੀ ਲਿਖ ਸਕਦਾ ਹੈ ਜੀ। ਇਹ ਨਹੀਂ ਮੇਰੇ ਵਰਗਾ ਜਿਹਨੇ 2 ਅੱਖਰ ਪੜ੍ਹੇ ਉਹ ਕਾਂਟ ਛਾਂਟ ਕਰਕੇ ਆਪੇ ਕਵਿਤਾ ਲਿਖਦੇ। ਪਰ ਕਵੀ ਜੀ ਲਿਖਦੇ, ਕਹਿੰਦੇ ਕਿਰਪਾ ਕਰਕੇ ਆਪੇ ਬਣਾ ਕੇ ਲਿਖ ਲਿਓ, ਜਿਉਂ ਸਤਿਗੁਰ ਸਿੱਖਨ ਮਨ ਭਾਏ। ਲਿਖਿਓ ਉਹ ਜਿਹੜੀ ਸੰਗਤ ਨੂੰ ਚੰਗੀ ਲੱਗੇ। ਬੜੇ ਬਿਲੋਕ ਹੈ ਬਾਲਕ ਲੀਲਾ। ਬਾਕੀ ਕਹਿਣ ਲੱਗੇ ਮੇਰੇ ਬਾਰੇ ਵੀ ਸੁਣ ਲਓ। ਜਦੋਂ ਕੋਈ ਬਾਲਕ ਲੀਲਾ ਕਰਦਾ, ਬੱਚਾ ਬੋਲਦਾ,
ਵੱਡੇ ਵੇਖਦੇ ਆ ਉਹਨੂੰ। ਹਾਂਜੀ। ਅਸਤ ਬਿਅਸਤ ਸੋ ਹੋਏ ਅਨਮੀਲਾ। ਤੇ ਬੱਚਾ ਅਸਤ ਵਿਅਸਤ ਵੀ ਬੋਲੀ ਜਾਂਦਾ ਜੀ। ਬੱਚੇ ਨੂੰ ਪਤਾ ਨਹੀਂ ਹੁੰਦਾ ਮੈਂ ਕੀ ਬੋਲ ਰਿਹਾ। ਤੋਤਲਾ ਵੀ ਬੋਲਦਾ, ਬੋਲੀ ਉਹਦੀ ਸ਼ੁੱਧ ਵੀ ਨਹੀਂ ਹੁੰਦੀ। ਬੱਚਾ ਉਲਟ ਪੁਲਟ ਵੀ ਬੋਲਦਾ। ਹਾਂਜੀ। ਬਚਨ ਸਪਸ਼ਟ ਨਾ ਆਵਤ ਤਾਹੀਂ। ਕਈ ਵਾਰੀ ਬੱਚਾ ਜਦੋਂ ਬੋਲਦਾ ਹੈ ਸਾਧ ਸੰਗਤ ਜੀ, ਉਹਦੇ ਬਚਨ ਸਪਸ਼ਟ ਨਹੀਂ ਹੁੰਦੇ, ਕਲੀਅਰ ਨਹੀਂ ਹੁੰਦੇ। ਹਾਂਜੀ। ਹਰਖੈ ਸੁਨਤ ਬ੍ਰਿਧ ਰਿਸ ਨਾਹੀਂ। ਵੱਡੇ ਸੁਣ ਕੇ ਗੁੱਸਾ ਨਹੀਂ ਕਰਦੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੱਡੇ ਸੁਣ ਸੁਣ ਖੁਸ਼ ਹੁੰਦੇ ਆ, ਪਰ ਉਹ ਗੁੱਸਾ ਨਹੀਂ ਕਰਦੇ। ਹਾਂਜੀ। ਛੋਟੋ ਲਖੈ ਕਿਰਪਾ ਕੋ ਕਰਹੀ। ਉਲਟਾ ਕਿਰਪਾ ਹੀ ਕਰਦੇ ਵੀ ਕੋਈ ਨਹੀਂ, ਛੋਟਾ ਹੈ, ਅਜੇ ਇਹਨੂੰ ਬੋਲਣ ਦੀ ਜਾਚ ਨਹੀਂ ਹੈ। ਹਾਂਜੀ। ਵੱਡੋ ਜੋ ਹੈ ਲਛਨ ਅਸ ਧਰਹੀ। ਵੱਡੇ ਲੱਛਣ ਧਾਰਨ ਕਰਦੇ ਆ। ਕਵੀ ਜੀ ਦੀ ਨਿਮਰਤਾ, ਕਹਿਣ ਲੱਗੇ ਮੈਂ ਛੋਟਾ ਹਾਂ, ਮੇਰੇ ਕੋਲੋਂ ਲਿਖਦਿਆਂ ਕੋਈ ਭੁੱਲ ਹੋ ਗਈ ਹੋਏਗੀ। ਤੁਸੀਂ ਸਮਝੋ ਜਿਵੇਂ ਘਰ ਦਾ ਬੱਚਾ ਤੋਤਲੀ ਜ਼ਬਾਨ 'ਚ ਗੱਲਾਂ ਕਰਦਾ ਚੰਗਾ ਲੱਗਦਾ ਨਾ। ਕਹਿਣ ਲੱਗੇ ਇੰਜ ਮੇਰੀ ਭੁੱਲ ਜਿਹੜੀ ਉਹ ਬਖਸ਼ ਦਿਓ। ਹਾਂਜੀ। ਮੰਦਮਤੀ ਚਹਿਬਾਦ ਕਨੇਰਾ। ਪਰ ਜਿਹੜੇ ਮੂਰਖ ਮੱਤ ਵਾਲੇ ਆ ਉਹ ਫਿਰ ਝਗੜਾ ਕਰਦੇ ਆ। ਹਾਂਜੀ। ਤਹਿਸੋ ਕੈਸੋ ਹਵੈ ਨਾ ਨਿਬੇਰਾ। ਉਹ ਨਹੀਂ ਨਿਬੇੜਾ ਕਰ ਸਕਦੇ ਕਿਸੇ ਗੱਲ ਦਾ। ਆ ਮੂਰਖ ਮੱਤ ਵਾਲੇ ਕਰਦੇ ਹੀ ਆ ਝਗੜਾ। ਕਦੀ ਕਹਿੰਦੇ ਆਹ ਵੇਖੋ ਜੀ ਕੀ ਲਿਖਿਆ ਜੀ, ਆ ਮਾਈ ਭਾਗੋ ਬਾਰੇ ਕੀ ਲਿਖਿਆ ਜੀ, ਇੰਜ ਲਿਖਿਆ ਉਂਝ ਲਿਖਿਆ। ਕਹਿੰਦੇ ਸਿਆਣੇ ਤੇ ਗੱਲ ਟਾਲ ਦਿੰਦੇ ਆ, ਪਰ ਜਿਹੜੇ ਮੂਰਖ ਹੁੰਦੇ ਆ ਉਹ ਝਗੜਾ ਕਰਦੇ ਆ। ਹਾਂਜੀ। ਗੁਰ ਸਿੱਖੀ ਜਾਂਚੋ ਹੋਂ ਦਾਨਾ। ਤੇ ਸਾਧ ਸੰਗਤ ਹੁਣ ਕਵੀ ਜੀ ਗ੍ਰੰਥ ਲਿਖ ਕੇ ਮੰਗਣ ਕੀ ਦੇ ਸਾਰੀ ਸੰਗਤ ਕੋਲੋਂ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਕੋਈ ਬੰਦਾ ਮਿਹਨਤ ਕਰੇ ਉਹ ਮੰਗਦਾ। ਅਸੀਂ ਤਨਖਾਹ ਮੰਗਣੀ ਹੈ। ਕਵੀ ਜੀ ਨੇ ਗ੍ਰੰਥ ਲਿਖਿਆ। ਕਵੀ ਜੀ ਕਹਿੰਦੇ ਸਾਧ ਸੰਗਤ ਮੈਂ ਇਹ ਗ੍ਰੰਥ ਲਿਖ ਕੇ ਗੁਰੂ ਦੀ ਸਿੱਖੀ ਮੰਗਦਾ। ਕਹਿਣ ਲੱਗੇ ਮੈਨੂੰ ਸਿੱਖੀ ਦੀ ਦਾਤ ਦਵਾ ਦਿਓ। ਹਾਂਜੀ। ਜਿਸ ਤੇ ਹੋਏ ਪਰਮ ਕਲਿਆਣਾ। ਜਿਹੜੇ ਤੋਂ ਵੱਡੀ ਕਲਿਆਣ ਹੋਏਗੀ ਮੇਰੀ। ਹਾਂਜੀ। ਮਨਸਾ ਸਗਲੀ ਮਨ ਹੈ ਸਮ ਹੈ। ਮਨ ਦੀਆਂ ਹੋਰ ਮਨਸਾਂ ਜਿਹੜੀਆਂ ਮੰਗਾਂ ਨੇ ਵਿੱਚੇ ਹੀ ਸਮਾ ਜਾਣ। ਤੇ ਜੇ ਕੁਝ ਮੈਨੂੰ ਮਿਲੇ ਤੇ ਮੈਨੂੰ ਗੁਰੂ ਦੀ ਸਿੱਖੀ ਮਿਲੇ। ਕਹਿਣ ਲੱਗੇ। ਹਾਂਜੀ। ਸ਼ਾਂਤ ਹੋਏ ਨੀਕੋ ਪਦ ਪਾਵਹਿ। ਜਿਹਦੇ ਨਾਲ ਸ਼ਾਂਤੀ ਆਏਗੀ, ਚੰਗੀ ਪਦਵੀ ਮਿਲੇਗੀ, ਉੱਤਮ ਪਦਵੀ ਮੈਨੂੰ ਪ੍ਰਾਪਤ ਹੋਏਗੀ। ਹਾਂਜੀ। ਚੌਪਈ ਏਕ ਆਂਟ ਅਸ਼ਟ ਕਰ ਬਹੁਰ ਅਸ਼ਟ ਪੁਨ ਸੂਰ। ਹੁਣ ਕਵੀ ਜੀ ਦੱਸਦੇ ਤਰੀਕ ਦੱਸਦੇ ਜਿਸ ਦਿਨ ਇਹ ਗ੍ਰੰਥ ਪੂਰਾ ਹੋਇਆ। ਏਕ ਆਂਕ ਇੱਕ ਅੰਕ ਅਰ ਅਸ਼ਟ ਨਾਲ ਕਹਿੰਦੇ 8 ਲਿਖ ਦਿਓ। ਕਰ ਬਹੁਰੇ ਅਸ਼ਟ ਫਿਰ 8 ਲਿਖ ਦਿਓ, ਪਰ ਸ਼ੂਨ ਅੱਗੇ 0 ਪਾ ਦਿਓ। ਤੇ ਇਹ ਹੋ ਗਿਆ 1880। ਹਾਂਜੀ। ਕਾਤਕ ਪੂਰਨਮਾ ਵਿਖੇ ਭਇਓ ਗ੍ਰੰਥ ਵਿਪਨੂਨ। ਸੰਮਤ 1880 ਦੀ ਕੱਤਕ ਦੀ ਪੁੰਨਿਆ ਨੂੰ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਕਹਿਣ ਲੱਗੇ ਸੰਪੂਰਨ ਹੋਇਆ। ਹਾਂਜੀ। ਦੇਵਾ ਸਿੰਘ ਪਿੱਤ ਤੇ ਜਨਮ ਕਵ ਸੰਤੋਖ ਸਿੰਘ ਨਾਮ। ਐਂਡ ਤੇ ਆਪਣਾ ਨਾਮ ਲਿਖਿਆ। ਕੋਈ ਵੀ ਚਿੱਠੀ ਲਿਖਦਾ, ਪੱਤਰ ਲਿਖਦਾ, ਕਿਤਾਬ ਲਿਖਦਾ, ਐਂਡ ਤੇ ਨਾਮ ਲਿਖਦਾ। ਤੇ ਕਵੀ ਜੀ ਹੁਣ ਆਪਣਾ ਨਾਮ ਲਿਖਦੇ ਆ। ਕਹਿਣ ਲੱਗੇ ਮੇਰੇ ਪਿਤਾ ਦਾ ਨਾਮ ਹੈ ਦੇਵਾ ਸਿੰਘ ਜੀ, ਮੇਰਾ ਨਾਮ ਹੈ ਸੰਤੋਖ ਸਿੰਘ। ਹਾਂਜੀ। ਬਾਰ ਮੰਗੋ ਸਤ ਸੰਗ ਕੋ ਕਰ ਸਤ ਗੁਰੂ ਪ੍ਰਣਾਮ। ਬਸ ਮੈਂ ਸਦਾ ਇਹੋ ਹੀ ਵਰ ਮੰਗਦਾ, ਗੁਰੂ ਸਾਹਿਬ ਮੇਰੇ ਤੇ ਕਿਰਪਾ ਕਰਨ ਤੇ ਮੈਂ ਸੰਗਤ ਦੇ ਨਾਲ ਜੁੜਿਆ ਰਵਾਂ। ਕਹਿਣ ਲੱਗੇ ਮੈਂ ਸਤ ਸੰਗ ਦੀ ਦਾਤ ਮੰਗਦਾ, ਮੈਂ ਸਤ ਸੰਗ ਦੀ ਦਾਤ ਮੰਗਦਾ। ਮੈਂ ਚਾਹੁੰਦਾ ਮੈਂ ਸਤ ਸੰਗ ਵਿੱਚ ਰਵਾਂ। ਇੱਕ ਗੁਰਮੁਖ ਕਮਾਈ ਵਾਲੇ, ਕਿਉਂਕਿ ਕਮਾਈ ਵਾਲਿਆਂ ਦਾ ਜ਼ਿਕਰ ਹੋ ਰਿਹਾ ਮੈਂ ਤਾਂ ਦੱਸਣ ਲੱਗਾ। ਬਾਬਾ ਬਲਵਿੰਦਰ ਸਿੰਘ ਹਜੂਰ ਸਾਹਿਬ ਕਾਰ ਸੇਵਾ ਵਾਲੇ ਬੜੇ ਗੁਰਮੁਖ, ਬੜੀ ਸੇਵਾ ਕੀਤੀ ਉਹਨਾਂ ਸੰਗਤ ਦੀ, ਹੁਣ ਵੀ ਕਰ ਰਹੇ ਆ। ਬਹੁਤਾ ਨੰਗੇ ਪੈਰ ਹੀ ਰਹਿੰਦੇ ਆ, ਜੋੜਾ ਪਾਉਣ ਦਾ ਵੀ ਸਮਾਂ ਨਹੀਂ ਜੀ। ਤੇ ਮਾਈਕ 'ਚ ਬਹੁਤ ਘੱਟ ਬੋਲਦੇ ਆ। ਤੇ ਮੈਂ ਇੱਕ ਦਿਨ ਉਹਨਾਂ ਨੂੰ ਮਾਈਕ 'ਚ ਬੋਲਦੇ ਸੁਣਿਆ। ਉਹ ਇਹ ਗੱਲ ਕਹਿ ਰਹੇ ਸਨ
ਕਹਿੰਦੇ ਸੀ ਸਾਧ ਸੰਗਤ ਮੇਰੀ ਅਰਦਾਸ ਕਰਿਓ ਮੇਰੀ ਮੱਤ ਟਿਕਾਣੇ ਰਵੇ। ਬਸ ਇਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਜੀ। ਜਿਹਨੇ ਇਹ ਮੰਗ ਲਿਆ ਵੀ ਮੇਰੀ ਮੱਤ ਟਿਕਾਣੇ ਰਵੇ, ਤੇ ਅਸਲੀ ਟਿਕਾਣਾ ਤੇ ਫਿਰ ਸਤਸੰਗ ਹੀ ਹੈ ਨਾ, ਅਸਲੀ ਟਿਕਾਣਾ ਤੇ ਇਹੋ ਹੀ ਹੈ ਨਾ। ਕਵੀ ਸੰਤੋਖ ਸਿੰਘ ਕਹਿੰਦੇ ਸਾਧ ਸੰਗਤ ਬਰ ਮੰਗੋ ਸਤ ਸੰਗ ਕੋ ਕਰ ਸਤਿਗੁਰੂ ਪ੍ਰਣਾਮ। ਮੈਂ ਸੱਚੇ ਪਾਤਸ਼ਾਹ 10 ਗੁਰੂਆਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ, ਆਪਣੇ ਉਸਤਾਦ ਨੂੰ, ਆਪਣੇ ਪਿਤਾ ਨੂੰ, ਸਾਰਿਆਂ ਨੂੰ ਪ੍ਰਣਾਮ ਕਰਕੇ ਸਤਸੰਗ ਦਾ ਹੀ ਦਾਨ ਮੰਗਦਾ ਹਾਂ। ਹਾਂਜੀ। ਕਬਿਤ ਸਭੈ ਗੁਣ ਊਰ ਭਰਪੂਰ ਹੋਇਓ ਅਨੁਗਿਨ, ਕਾਮ ਕ੍ਰੋਧ ਕੂਰ ਹੀ ਕੀ ਬ੍ਰਿਧਤਾ ਫਰਦ ਕੀ। ਕਵੀ ਸੰਤੋਖ ਸਿੰਘ ਆਪਣੇ ਬਾਰੇ ਕਵਿਤ ਲਿਖਦੇ ਇੱਕ ਜੀ, ਬੜੇ ਧਿਆਨ ਨਾਲ ਸੁਣਿਓ। ਕਹਿੰਦੇ ਮੇਰੇ ਵਿੱਚ ਸਾਰੇ ਔਗੁਣ ਸਨ, ਮੇਰੇ ਵਿੱਚ ਗੁਣ ਕੋਈ ਨਹੀਂ ਸੀ। ਆ ਹੁਣ ਜਿਹਦਾ ਜੀ ਕਰਦਾ ਮੂੰਹ ਚੁੱਕ ਕੇ ਕਵੀ ਸੰਤੋਖ ਸਿੰਘ ਜੀ ਉੱਤੇ ਬੋਲਣ ਲੱਗ ਪੈਂਦਾ। ਆਪਾਂ ਜ਼ੋਰ ਲਾਉਂਦੇ ਆ ਵੀ ਸਾਡੇ ਵਿੱਚ ਗੁਣ ਜਿਹੜੇ ਉਹ ਲੋਕਾਂ ਨੂੰ ਪਤਾ ਲੱਗਣ, ਪਰ ਕਵੀ ਸੰਤੋਖ ਸਿੰਘ ਕਹਿੰਦੇ ਆ ਸਭੈ ਗੁਣ ਊਰ ਭਰਪੂਰ ਹੋਇਓ ਔਗੁਣਿਨ। ਮੇਰੇ ਵਿੱਚ ਕੋਈ ਗੁਣ ਨਹੀਂ ਸੀ, ਮੈਂ ਔਗੁਣਾਂ ਦੇ ਨਾਲ ਭਰਪੂਰ ਭਰਿਆ ਹੋਇਆ ਸਾਂ। ਕਾਮ ਕ੍ਰੋਧ ਕੂਰ ਹੂੰ ਕਿ ਬ੍ਰਿਧਤਾ ਫਰਦ ਕੀ। ਮੇਰੇ 'ਚ ਕਾਮ ਦਿਨੋਂ ਦਿਨ ਵੱਧ ਰਿਹਾ ਸੀ, ਮੇਰੇ ਵਿੱਚ ਕ੍ਰੋਧ ਦਿਨੋਂ ਦਿਨ ਵੱਧ ਰਿਹਾ ਸੀ। ਫਰਦ ਹੁੰਦਾ ਸੂਚੀ, ਕਾਮ ਕ੍ਰੋਧ ਦੀ ਜਿਹੜੀ ਸੂਚੀ ਹੈ ਉਹ ਮੇਰੇ ਮਨ ਵਿੱਚ ਦਿਨੋਂ ਦਿਨ ਵੱਧਦੀ ਜਾ ਰਹੀ ਸੀ। ਹਾਂਜੀ। ਹੋਇਓ ਮਨ ਚੂਰ ਚੂਰ ਰਹੀ ਮਤ ਚੂਰ ਚੂਰ। ਮੇਰਾ ਮਨ ਚੂਰ ਚੂਰ ਹੋ ਚੁੱਕਾ ਸੀ ਕਾਮ ਕ੍ਰੋਧ ਵਿੱਚ। ਕਹਿਣ ਲੱਗੇ ਮੇਰੀ ਮੱਤ ਅੰਦਰ ਖਾਤੇ ਝੂਰਦੀ ਹੁੰਦੀ ਸੀ। ਹਰ ਬੰਦਾ ਜਦੋਂ ਇਕੱਲਾ ਬਹਿੰਦਾ ਹੈ ਨਾ, ਉਦੋਂ ਸੋਚਦਾ ਕੀ ਖੱਟਿਆ ਕੀ ਗਵਾਇਆ। ਕਹਿੰਦੇ ਮੇਰੀ ਮੱਤ ਨਾ ਝੂਰਦੀ ਰਹਿੰਦੀ ਸੀਗੀ ਕਾਮ ਕ੍ਰੋਧ ਦੇ ਵਿੱਚ ਹਮੇਸ਼ਾ। ਹਾਂਜੀ। ਦੇਖ ਰਹਿਓ ਦੂਰ ਦੂਰ ਦਾਰੂ ਨਾ ਦਰਦ ਕੀ। ਕਹਿਣ ਲੱਗੇ ਮੈਂ ਵੇਖਦਾ ਸਾਂ ਆਪਣਾ ਦਲਿੱਦਰ, ਆਪਣੀ ਗਰੀਬੀ ਵੇਖਦਾ ਸਾਂ। ਮੈਨੂੰ ਇੰਝ ਲੱਗਦਾ ਸੀ ਮੇਰੀ ਗਰੀਬੀ ਦਾ ਦੁੱਖ ਦੂਰ ਕਰਨ ਵਾਲਾ ਕੋਈ ਦਾਰੂ ਨਹੀਂ ਹੈ। ਸਾਧ ਸੰਗਤ ਕਵੀ ਸੰਤੋਖ ਸਿੰਘ ਜਿਨ੍ਹਾਂ ਨੇ ਇਹ ਗ੍ਰੰਥ ਲਿਖਿਆ, ਇੰਨਾ ਗਰੀਬੀ ਸੀਗੀ ਪਰਿਵਾਰ ਵਿੱਚ, ਮੰਗ ਮੰਗ ਕੇ ਗੁਜ਼ਾਰਾ ਕਰਦੇ ਸਨ। ਦਰਵਾਜ਼ਾ ਨਹੀਂ ਸੀ ਖੋਲ੍ਹਦੇ ਡਰਦੇ, ਕਿਉਂਕਿ ਜਦੋਂ ਦਰਵਾਜ਼ਾ ਖੋਲ੍ਹਦੇ ਸਨ ਇਸ ਗੱਲ ਦਾ ਡਰ ਆਉਂਦਾ ਸੀ ਪਤਾ ਨਹੀਂ ਕਿਹੜਾ ਮੰਗਣ ਵਾਲਾ ਲੈਣ ਵਾਲਾ ਆ ਜਾਣਾ, ਉਹਨੇ ਮੈਨੂੰ ਬੁਰਾ ਭਲਾ ਬੋਲਣਾ, ਉਹ ਮੈਨੂੰ ਮਾਰ ਕੇ ਨਾ ਜਾਵੇ। ਕਈ ਵਾਰੀ ਤੇ ਲੋਕਾਂ ਦੀ ਕੁੱਟ ਤੋਂ ਵੀ ਕਵੀ ਸੰਤੋਖ ਸਿੰਘ ਡਰਦੇ ਘਰੋਂ ਬਾਹਰ ਨਹੀਂ ਸੀ ਨਿਕਲਦੇ ਹੁੰਦੇ। ਕਹਿਣ ਲੱਗੇ ਮੈਨੂੰ ਪੁੱਛ ਕੇ ਵੇਖੋ, ਗੁਰੂ ਨਾਨਕ ਸਾਹਿਬ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ। ਕਹਿਣ ਲੱਗੇ ਮੈਂ ਬਾਹਰ ਨਹੀਂ ਨਿਕਲਦਾ ਘਰੋਂ। ਮੈਨੂੰ ਲੱਗਦਾ ਸੀ ਜਿਹੜਾ ਦੁੱਖ ਮੈਨੂੰ ਹੈ ਨਾ ਇਹਦਾ ਦਾਰੂ ਕੋਈ ਨਹੀਂ। ਹਾਂਜੀ। ਮਿਲੇ ਗੁਰ ਪੂਰਨ ਸੰਤੋਖ ਸਿੰਘ ਤੂਰਨ ਸੋ, ਲੱਖ ਦੁਖ ਭੂਰਗਤ ਏਕਲੀ ਨਰਦ ਕੀ। ਚੌਪੜ ਦੇ ਵਿੱਚ ਨਾ ਕੱਲੀ ਨਰਦ ਰਹਿ ਜੇ ਤਾਂ ਉਹਦਾ ਕੋਈ ਵਾਲੀ ਵਾਰਸ ਨਹੀਂ ਚ ਹੁੰਦਾ। ਕੱਲੀ ਨਰਦ ਰਹਿ ਜੇ ਉਹਨੂੰ ਉਹ ਦੁਖੀ ਹੁੰਦੀ ਹੈ। ਕਹਿੰਦੇ ਮੈਂ ਵੀ ਕੱਲੀ ਨਰਦ ਵਾਂਗੂ ਦੁਖੀ ਸਾਂ। ਕਹਿਣ ਲੱਗੇ ਪਰ ਮੈਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਿਲੇ। ਇਸ ਪੰਕਤੀ ਵਿੱਚ ਨਾ ਇੱਕ ਗੋਝ ਕਹਿ ਗਏ, ਗੋਝ ਗੱਲ ਕਹਿ ਗਏ ਕਵੀ ਜੀ। ਮਿਲੇ ਗੁਰ ਪੂਰਨ ਸੰਤੋਖ ਸਿੰਘ ਤੂਰਨ। ਕਵੀ ਸਨ, ਵਿਦਿਆ ਪੜ੍ਹੀ ਸੀ ਗਿਆਨੀ ਸੰਤ ਸਿੰਘ ਜੀ ਦੇ ਕੋਲੋਂ, ਮਨ ਵਿੱਚ ਪਿਆਰ ਵੀ ਸੀ, ਇਤਿਹਾਸ ਨਾਲ ਵੀ ਪਿਆਰ ਹੈ। ਲੋਕਾਂ ਤੋਂ ਡਰ ਲੱਗਦਾ ਸੀ, ਕਰਜ਼ੇ ਵਾਲਿਆਂ ਤੋਂ। ਤੇ ਪਿਆਰਿਓ ਜਮਨਾ ਨਦੀ ਦੇ ਕੰਢੇ ਤੇ ਬੂੜੀਆ ਪਿੰਡ ਹੈ, ਉੱਥੇ ਇੱਕ ਪਾਸੇ ਰਹਿ ਕੇ ਕਵੀ ਸੰਤੋਖ ਸਿੰਘ ਜੀ ਨੇ 1.25 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ ਜੀ। ਐਵੇਂ ਨਹੀਂ ਇਹ ਗ੍ਰੰਥ ਲਿਖਿਆ ਗਿਆ। ਆਮ ਕਵੀਆਂ ਦੀ ਰਚਨਾ ਥੋੜ੍ਹੇ ਦਿਨਾਂ ਬਾਅਦ ਪੁਰਾਣੀ ਹੋ ਜਾਂਦੀ ਹੈ। ਕਵੀ ਸੰਤੋਖ ਸਿੰਘ ਦੀ ਲਿਖੀ ਕਥਾ ਅੱਜ ਵੀ ਨਵੀਂ ਹੈ, ਸਭ ਥਾਵਾਂ 'ਤੇ ਕਥਾ ਹੁੰਦੀ ਹੈ। 1.25 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ ਇੱਕ ਬੰਨੇ ਕਮਰੇ 'ਚ ਬਹਿ ਕੇ। 1.25 ਲੱਖ ਜਪਜੀ ਸਾਹਿਬ ਦਾ ਪਾਠ ਕਰਕੇ ਜਦੋਂ ਅਰਦਾਸ ਕੀਤੀ ਨਾ ਤੇ ਸਿਰ ਤਾਂ ਚੁੱਕਿਆ।
ਤੇ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਦੇ ਸਾਖਸ਼ਾਤ ਦਰਸ਼ਨ ਹੋਏ ਜੀ ਕਵੀ ਜੀ ਨੂੰ। ਮੰਗ ਕੀ ਮੰਗਣਾ? ਤੇ ਕਵੀ ਸੰਤੋਖ ਸਿੰਘ ਕਹਿਣ ਲੱਗੇ, ਮਹਾਰਾਜ ਆਪ ਜੀ ਦਾ ਜਸ ਲਿਖਣਾ ਚਾਹੁੰਦਾ। ਮਹਾਰਾਜ ਕਹਿੰਦੇ ਲਿਖ, ਵਿਘਨ ਨਹੀਂ ਪਏਗਾ, ਕੋਈ ਵਿਘਨ ਨਹੀਂ ਪਿਆ। ਸੋ ਕਵੀ ਸੰਤੋਖ ਸਿੰਘ ਇੱਥੇ ਗੋਝ ਭੇਦ ਲਿਖਦੇ, ਕਹਿੰਦੇ ਮੈਂ ਤੇ ਚੌਪੜ ਦੀ ਜਿਹੜੀ ਕੱਲੀ ਨਰਦ ਹੁੰਦੀ ਨਾ ਉਵੇਂ ਦੁਖੀ ਸਾਂ, ਪਰ ਮੈਨੂੰ ਫਿਰ ਗੁਰੂ ਨਾਨਕ ਸਾਹਿਬ ਮਿਲੇ, ਗੁਰੂ ਨਾਨਕ ਸਾਹਿਬ। ਹਾਂਜੀ, ਨਾਮ ਹੈ ਸ਼ਰਨ ਸੂਰ ਪਾਵਨ ਪਤਿਤ ਰੂਰ। ਮਹਾਰਾਜ ਕੀ ਹੈ? ਗੁਰੂ ਸਾਹਿਬ ਦਾ ਨਾਮ ਹੈ ਸ਼ਰਨ ਸੂਰ, ਸ਼ਰਨ ਪਿਆਂ ਦੀ ਲਾਜ ਰੱਖਣ ਵਾਲੇ, ਪਤਤਾਂ ਨੂੰ ਪਾਵਨ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਦਾ ਸੁੰਦਰ ਨਾਮ ਹੈ। ਰਾਖ ਹੈ ਜ਼ਰੂਰ ਨਾਮ ਆਪਣੇ ਬਿਰਦ ਕੀ। ਤੇ ਮਹਾਰਾਜ ਗਰੀਬ ਨਵਾਜ ਆਪਣੇ ਨਾਮ ਦੀ ਬਿਰਦ ਆ ਵਾਹਿਗੁਰੂ ਲਾਜ ਵੀ ਰੱਖਦੇ ਹੈ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਫਿਰ ਮਹਾਰਾਜ ਦਾ ਨਾਮ ਲੈਂਦਾ ਹੈ ਨਾ, ਉਹਦੀ ਲਾਜ ਰੱਖਦੇ ਆ। ਅਖੀਰ ਵਾਲਾ ਕਬਿੱਤ ਰਹਿ ਗਿਆ ਇਸ ਗ੍ਰੰਥ ਦਾ, ਮੈਂ ਉਹ ਕਹਿ ਕੇ ਖਿਮਾ ਮੰਗ ਲੈਣੀ ਹੈ ਪਿਆਰਿਓ। ਉਹਦੇ ਵਿੱਚ ਫਿਰ ਗੁਰੂ ਨਾਨਕ ਸਾਹਿਬ ਦਾ ਗੁਣ ਦੱਸੇ ਜੀ। ਪਹਿਲਾਂ ਆਪਣੀ ਗਰੀਬੀ ਦੱਸੀ, ਫਿਰ ਜਿਹੜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤੀ ਨਾ ਪਿਆਰਿਓ, ਉਹ ਸੁਣੋ। ਹਾਂਜੀ, ਬੰਦਨਾ ਕੋ ਲੇਤ ਹੀ ਅਬੰਧਤਾ ਕੋ ਦੇਤ ਜਨ। ਕਹਿਣ ਲੱਗੇ ਜਿਹੜਾ ਗੁਰੂ ਨਾਨਕ ਸਾਹਿਬ ਅੱਗੇ ਮੱਥਾ ਟੇਕੇ, ਦਰਸ਼ਨ ਹੋਏ ਪ੍ਰਤੱਖ ਗੁਰੂ ਨਾਨਕ ਸਾਹਿਬ ਦੇ, ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਮੇਰੇ ਸਾਰੇ ਬੰਧਨ ਦੂਰ ਕਰ ਦਿੱਤੇ ਜੀ। ਗੁਰੂ ਨਾਨਕ ਸਾਹਿਬ ਕੀ ਹੈ? ਗੁਰੂ ਨਾਨਕ ਸਾਹਿਬ ਸਿੱਖ ਦੀ ਨਮਸਕਾਰ ਲੈ ਕੇ ਉਹਦੇ ਬੰਧਨਾਂ ਤੋਂ ਉਹਨੂੰ ਆਜ਼ਾਦ ਕਰਾਉਣ ਵਾਲੇ ਹੈ। ਬੰਧਨਾ ਕੋ ਲੇਤ ਹੀ, ਮੱਥਾ ਲੈ ਲੈਂਦੇ ਹੈ। ਅਬੰਧਤਾ ਕੋ ਦੇਤ ਜਨ, ਆਪਣੇ ਸੇਵਕ ਦੇ ਬੰਧਨ ਕੱਟ ਦਿੰਦੇ ਹੈ। ਹਾਂਜੀ, ਪ੍ਰੀਤ ਲੇਤ ਦੇਤ ਹੈ ਪ੍ਰਤੀਤ ਸੁਖ ਸੇਤ ਹੈ। ਪਿਆਰ ਵੇਖਦੇ ਆ, ਜਿਹੜਾ ਗੁਰੂ ਨਾਨਕ ਸਾਹਿਬ ਨਾਲ ਪਿਆਰ ਕਰਦਾ ਹੈ ਨਾ, ਕਵੀ ਸੰਤੋਖ ਸਿੰਘ ਲਿਖਦੇ, ਕਹਿੰਦੇ ਉਹਦੇ ਵਾਸਤੇ ਗੁਰੂ ਨਾਨਕ ਸਾਹਿਬ ਸੁੱਖ ਦਾ ਪੁੱਲ ਹੈ। ਬੜੀ ਵੱਡਾ ਦਰਿਆ ਹੋਵੇ ਤੇ ਪਿਆਰਿਓ ਉਹਦੇ ਵਿੱਚੋਂ ਪਾਰ ਹੋਣਾ ਕਿੰਨੀ ਖੇਚਲ ਹੈ, ਤੇ ਜਿਹਨੂੰ ਪੁੱਲ ਲੱਭ ਜੇ ਉਹਨੂੰ ਤੇ ਸੌਖੀ ਹੈ ਨਾ। ਕਵੀ ਸੰਤੋਖ ਸਿੰਘ ਲਿਖਦੇ, ਕਹਿੰਦੇ ਗੁਰੂ ਨਾਨਕ ਸਾਹਿਬ ਸੁੱਖਾਂ ਦਾ ਪੁੱਲ 'ਚ ਪੁੱਲ ਹੈ। ਹਾਂਜੀ, ਭਾਉ ਉਰ ਲੇਤ ਹੀ ਪ੍ਰਭਾਉ ਬੜੋ ਦੇਤ ਆਪ। ਕਹਿਣ ਲੱਗੇ ਸੇਵਕ ਦਾ ਪ੍ਰੇਮ ਲੈ ਕੇ ਨਾ ਮਹਾਰਾਜ ਗਰੀਬ ਨਵਾਜ ਉਹਨੂੰ ਆਪਣੇ ਵਰਗਾ ਵੱਡਾ ਬਣਾ ਦਿੰਦੇ ਜੀ। ਤੇ ਸੱਚੀ ਗੱਲ 'ਚ ਇਤਿਹਾਸ ਵਿੱਚ ਬੜੇ ਸਿੱਖ ਹੋਏ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਆਖੀ, ਹੁਣ ਤੂੰ ਸਾਡਾ ਹੀ ਰੂਪ ਹੈ। ਭਾਈ ਮਰਦਾਨਾ ਜੀ ਨੂੰ ਆਖੀ, ਭਾਈ ਬਾਲਾ ਜੀ ਨੂੰ ਆਖੀ, ਬਾਬਾ ਬੁੱਢਾ ਜੀ ਨੂੰ ਆਖੀ, ਭਾਈ ਸਧਾਰਨ ਜੀ ਨੂੰ ਆਖੀ, ਭਾਈ ਭਗੀਰਥ ਜੀ ਨੂੰ ਆਖੀ। ਕਹਿਣ ਲੱਗੇ ਮਹਾਰਾਜ ਸ਼ਰਧਾ ਲੈ ਕੇ ਵੱਡਾ ਪ੍ਰਭਾਵ ਬਖਸ਼ਿਸ਼ ਕਰਦੇ ਆ। ਹਾਂਜੀ, ਨਿਰਗੁਣ ਪਦ ਦੇਤ ਗੁਣ ਦੇਖ ਲੇਤ ਹੈ। ਤੇ ਤਿੰਨਾਂ ਗੁਣਾਂ ਤੋਂ ਦੂਰ ਕਰ ਦਿੰਦੇ, ਰਜੋ ਗੁਣ ਤਮੋ ਇਹਨਾਂ ਤੋਂ ਦੂਰ ਕਰ ਦਿੰਦੇ, ਤੇ ਤੁਰਿਆ ਅਵਸਥਾ ਬ੍ਰਹਮ ਗਿਆਨ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਪਹੁੰਚਾ ਦਿੰਦੇ ਹਨ। ਥੋੜੀ ਜੈਸੀ ਭੇਟ ਲੇਤ ਜਮ ਕੀ ਅਭੇਟ ਦੇਤ। ਥੋੜੀ ਜੀ ਵੀ ਕੋਈ ਭੇਟਾ ਦੇ ਦਵੇ ਨਾ ਗੁਰੂ ਨਾਨਕ ਸਾਹਿਬ ਜੀ ਨੂੰ, ਥੋੜੀ ਜੀ ਵੀ ਭੇਟਾ ਦੇ ਦਵੇ ਤੇ ਗੁਰੂ ਨਾਨਕ ਸਾਹਿਬ ਮੁੜ ਫਿਰ ਜਮਾਂ ਦੇ ਰਾਹ ਤੇ ਨਹੀਂ ਪੈਣ ਦਿੰਦੇ ਜੀ। ਕੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਗੁਰਦਾਸ ਜੀ ਨੂੰ ਪੁੱਛੋ, ਭਾਈ ਗੁਰਦਾਸ ਜੀ ਕਹਿੰਦੇ ਸਿੱਖਾ ਤੂੰ ਪੂਰੀ ਕੌਡੀ ਵੀ ਨਾ ਚੜਾ ਸਤਿਗੁਰੂ ਨੂੰ, ਪੂਰੀ ਕੌਡੀ ਵੀ ਨਾ ਚੜਾ, ਕੌਡੀ ਦਾ ਅਗਲਾ ਹਿੱਸਾ ਗੁਰੂ ਨਾਨਕ ਸਾਹਿਬ ਨੂੰ ਰੱਖ ਕੇ ਮੱਥਾ ਟੇਕ ਦੇ, ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਤੈਨੂੰ ਸਾਰੀ ਦੁਨੀਆ ਦੇ ਖਜ਼ਾਨੇ ਦੇ ਦੇਣਗੇ ਜੀ। ਉਹ ਬਚਨ ਹੈ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ। ਕੌਡੀ ਦਾ ਅਗਲਾ ਹਿੱਸਾ ਕੋਈ ਰੱਖ ਦਵੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕਹਿੰਦੇ ਥੋੜੀ ਜੈਸੀ ਭੇਟ ਲੈ, ਤੇ ਕੋਈ ਥੋੜੀ ਜਿੰਨੀ ਵੀ ਭੇਟਾ ਲੈ ਦੇਵੇ, ਮਹਾਰਾਜ ਥੋੜੀ ਭੇਟਾ ਲੈ ਕੇ ਜਮ ਕੀ ਅਭੇਟ ਦੇਤ, ਜਮਾਂ ਨੂੰ ਉਹਨੂੰ ਮਿਲਣ ਨਹੀਂ ਦਿੰਦੇ। ਸਤਿਗੁਰੂ ਨਾਨਕ ਜੀ ਕਰੁਣਾ ਨਿਕੇਤ ਹੈ। ਕਹਿੰਦੇ ਇਸ ਏਡੇ ਵੱਡੇ ਨੇ ਗੁਰੂ ਨਾਨਕ ਸਾਹਿਬ, ਕੋਈ ਥੋੜਾ ਦਵੇ ਕਿਰਪਾ ਜ਼ਿਆਦੀ ਕਰਦੇ ਆ।
ਨਹੀਂ ਤੇ ਦੁਨੀਆ ਹਿਸਾਬ ਕਿਤਾਬ ਵਾਲੀ ਹੈ ਸਾਧ ਸੰਗਤ। ਸਗਨ ਕੋਈ 500 ਪਾਵੇ, ਅਗਲਾ ਵੀ ਓਨਾ ਕੀ ਦਿੰਦਾ। ਹਿਸਾਬ ਕਿਤਾਬ ਪੂਰਾ ਰੱਖਦੇ ਆ ਗੁਰੂ ਨਾਨਕ ਸਾਹਿਬ। ਕੋਈ ਥੋੜੀ ਮਿਹਨਤ ਕਰੇ ਮਹਾਰਾਜ ਬਹੁਤਾ ਫਲ ਦਿੰਦੇ ਆ। ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਦਾ ਕੋਈ ਸਾਧ ਸੰਗਤ ਜੀ ਕੋਈ ਹਿਸਾਬ ਕਿਤਾਬ ਨਹੀਂ ਹੈਗਾ। ਆਮ ਬੰਦੇ ਦੀ ਖੁਸ਼ੀ ਇੱਕ ਤੋਂ ਸ਼ੁਰੂ ਹੁੰਦੀ ਹੈ। ਗੁਰੂ ਨਾਨਕ ਸਾਹਿਬ ਦੇ ਘਰੋਂ ਲੱਖਾਂ ਤੋਂ ਖੁਸ਼ੀਆਂ ਸ਼ੁਰੂ ਹੁੰਦੀਆਂ ਮਿਲਣੀਆਂ। ਲੱਖ ਖੁਸ਼ੀਆਂ ਪਾਤਸ਼ਾਹੀਆਂ। ਕਹਿੰਦੇ ਇੰਨੇ ਵੱਡੇ ਕਿਰਪਾ ਦੇ ਘਰ ਨੇ ਗੁਰੂ ਨਾਨਕ ਸਾਹਿਬ। ਹਾਂਜੀ। ਹੰਤਾ ਲੇਤ ਦਾਸਨ ਕੀ ਅਹੰ ਬ੍ਰਹਮ ਦੇਤ ਔਰ। ਤੇ ਅਖੀਰ ਤੇ ਸਭ ਤੋਂ ਵੱਡੀ ਦਾਤ ਦੀ ਗੱਲ ਕਵੀ ਸੰਤੋਖ ਸਿੰਘ ਜੀ ਦੇਖ ਕੇ ਗ੍ਰੰਥ ਦੀ ਸੰਪੂਰਨਤਾ ਕਰਦੇ। ਕਹਿੰਦੇ ਗੁਰੂ ਨਾਨਕ ਸਾਹਿਬ ਹਉਮੈ ਦਾ ਨਾਸ਼ ਕਰਕੇ ਬ੍ਰਹਮ ਗਿਆਨੀ ਵੀ ਬਣਾ ਦਿੰਦੇ ਜੀ। ਬ੍ਰਹਮ ਗਿਆਨੀ ਨਹੀਂ ਜੇ ਕੋਈ ਬਣਾ ਸਕਦਾ। ਕਥਾ ਸੁਣਾਉਣੀ ਸੌਖੀ, ਪਰ ਤੁਹਾਡੇ ਅੰਦਰ ਕੋਈ ਨਾਮ ਉਹ ਚਲਾ ਸਕਦਾ ਜਿਹਦੇ ਅੰਦਰ ਚੱਲ ਰਿਹਾ ਹੈ। ਤੇ ਬ੍ਰਹਮ ਗਿਆਨੀ ਇਹ ਤੇ ਬਹੁਤ ਵੱਡੀ ਗੱਲ। ਕਵੀ ਸੰਤੋਖ ਸਿੰਘ ਕਹਿੰਦੇ ਹੰਤਾ ਲੇਤ ਦਾਸਨ ਕੀ ਅਹੰ ਬ੍ਰਹਮ ਦੇਤ ਔਰ। ਕਹਿੰਦੇ ਹਉਮੈ ਨਾਸ ਕਰਕੇ ਨਾ ਸਿੱਖੋ ਬ੍ਰਹਮ ਗਿਆਨ ਦੇਣ ਵਾਲੇ ਨੇ ਗੁਰੂ ਨਾਨਕ ਸਾਹਿਬ। ਹਾਂਜੀ। ਮਨ ਲੇਤ ਚਰਨ ਮੈਂ ਮੁਕਤ ਕੋ ਦੇਤ ਹੈ। ਤੇ ਅਖੀਰ ਤੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਆਪਣੇ ਸੇਵਕਾਂ ਦਾ ਜਿਹੜਾ ਮਨ ਹੈ ਨਾ ਉਹ ਆਪਣੇ ਚਰਨਾਂ 'ਚ ਹੀ ਰੱਖ ਲੈਂਦੇ ਪੱਕਾ ਜੀ। ਤੇ ਮਨ ਸਿੱਖਾਂ ਦਾ ਆਪਣੇ ਚਰਨਾਂ 'ਚ ਰੱਖ ਕੇ ਉਹਨਾਂ ਨੂੰ ਮੁਕਤੀ ਦੇ ਦਿੰਦੇ ਜੀ। ਗੁਰੂ ਜੀ ਦੇ ਚਰਨ ਕੀ ਹੈ? ਸਤਿਗੁਰੂ ਸਾਰਾ ਹੀ ਨਾਮ ਸਰੂਪ ਹੈ। ਤੇ ਮਹਾਰਾਜ ਗਰੀਬ ਨਵਾਜ ਮੁਕਤੀ ਦਾ ਦਾਨ ਦੇਣ ਵਾਲੇ ਹੈ। ਇਸ ਤਰੀਕੇ ਨਾਲ ਕਵੀ ਸੰਤੋਖ ਸਿੰਘ ਕਥਾ ਦੀ ਸੰਪੂਰਨਤਾ ਕਰਦਿਆਂ ਕਹਿੰਦੇ ਸੰਗਤ ਜੀ ਮੇਰੀ ਮੰਗ ਮੰਗਿਓ, ਮੈਂ ਸਦਾ ਸਾਧ ਸੰਗਤ ਵਿੱਚ ਰਹਾਂ, ਮੈਨੂੰ ਮਹਾਰਾਜ ਆਪਣੀ ਸਿੱਖੀ ਦਾ ਦਾਨ ਦੇਣ। ਕਿੰਨੀ ਵੱਡੀ ਭਾਈ ਸੰਤੋਖ ਸਿੰਘ ਜੀ ਦੀ ਨਿਮਰਤਾ। ਸਾਰਾ ਗ੍ਰੰਥ ਲਿਖ ਕੇ ਕਹਿੰਦੇ ਜੇ ਮੇਰੇ ਕੋਲ ਭੁੱਲ ਹੋ ਗਈ ਤੇ ਵਿੱਚ ਆਪ ਲਿਖ ਲਿਓ, ਕੋਈ ਨਹੀਂ ਕਹਿੰਦਾ। ਤੇ ਆਓ ਅਖੀਰ ਵਾਲਾ ਜਿਹੜਾ ਕਬਿੱਤ ਹੈ ਨਾ ਉਹ ਸਾਰਾ ਸਰਵਣ ਕਰ ਲਓ, ਫਿਰ ਆਪਾਂ ਖਿਮਾ ਮੰਗੀਏ। ਪਿਆਰ ਨਾਲ ਸਰਵਣ ਕਰੋ। ਬੰਦਨਾ ਕੋ ਲੇਤ ਹੀ ਅਬੰਦਨਾ ਕੋ ਦੇਤ ਜਨ, ਪ੍ਰੀਤ ਲੇਤ ਦੇਤ ਹੈ ਪ੍ਰਤੀਤ ਸੁਖ ਸੇਤ ਹੈ। ਭਾਉਰ ਲੇਤ ਹੀ ਪ੍ਰਭਾਉ ਬੜੋ ਦੇਤ ਆਪ, ਨਿਰਗੁਣ ਪਦ ਦੇਤ ਗੁਣ ਦੇਤ ਲੇਤ ਹੈ। ਥੋਰੀ ਜੈਸੀ ਭੇਟ ਲੇਤ ਜਮ ਕੀ ਭੇਟ ਦੇਤ, ਸਤਿਗੁਰੂ ਨਾਨਕ ਜੀ ਕਿਰਪਾ ਨਿਕੇਤ ਹੈ। ਹੰਤਾ ਲੇਤ ਦਾਸਨ ਕੀ ਅਹੰ ਬ੍ਰਹਮ ਦੇਤ ਔਰ, ਮਨ ਲੇਤ ਚਰਨ ਮੈਂ ਮੁਕਤ ਕੋ ਦੇਤ ਹੈ। ਇਤ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਾਰ ਦੇ ਸ੍ਰੀ ਗੁਰੂ ਨਾਨਕ ਜੀ ਸੱਚਖੰਡ ਗਮਨ ਪ੍ਰਸੰਗ ਵਰਣਨ ਨਾਮ ਸਬਤ ਪੰਚਮੋ ਅਧਿਆਏ ਮਸਤ ਸੁਭ ਮਸਤ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਸੀਗਾ ਸਾਧ ਸੰਗਤ ਜੀ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ। ਇਹਦੇ ਤੋਂ ਬਾਅਦ ਕਵੀ ਜੀ ਨੇ ਇਹ ਗ੍ਰੰਥ ਸ੍ਰੀ ਅਕਾਲ ਤਖਤ ਸਾਹਿਬ ਭੇਟਾ ਕਰਕੇ 20 ਸਾਲ ਹੋਰ ਮਿਹਨਤ ਕੀਤੀ। 20 ਸਾਲ ਹੋਰ ਮਿਹਨਤ ਕਰਕੇ ਕੈਂਥਲ ਦੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਰਾ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ ਜੀ 20 ਸਾਲਾਂ ਦੀ ਮਿਹਨਤ ਵਿੱਚ। ਤੇ ਅੱਗੋਂ ਫਿਰ ਆਪਾਂ ਕੱਲ੍ਹ ਨੂੰ ਉਹਦੀ ਕਥਾ ਜਿਹੜੀ ਹੈ ਉਹ ਪ੍ਰਾਰੰਭ ਕਰਾਂਗੇ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਜਿਵੇਂ ਕਵੀ ਸੰਤੋਖ ਸਿੰਘ ਜੀ ਕਥਾ ਲਿਖਣ ਲੱਗਿਆਂ ਭੁੱਲਾਂ ਦੀਆਂ ਮਾਫੀਆਂ ਮੰਗਦੇ ਆ, ਉਵੇਂ ਸਾਧ ਸੰਗਤ ਜੀ ਬੋਲਦਿਆਂ ਵੀ ਬੜੀਆਂ ਹੀ ਭੁੱਲਾਂ ਹੁੰਦੀਆਂ, ਕਿਉਂਕਿ ਮਹਾਰਾਜ ਦੀ ਵਡਿਆਈ ਬੜੀ ਵੱਡੀ ਹੈ, ਬੜੀ ਵੱਡੀ ਹੈ, ਬੰਦਾ ਬਹੁਤ ਛੋਟਾ ਹੈ। ਸੋ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਵਡਿਆਈ, ਸੱਚੇ ਪਾਤਸ਼ਾਹ ਜੀ ਦੀ ਕਥਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਿੱਖੀ ਦੀ ਦਾਤ ਬਖਸ਼ਣ, ਪ੍ਰੇਮਾ ਭਗਤੀ ਦੀ ਦਾਤ ਬਖਸ਼ਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਿਦੇਸ਼ਾਂ ਵਿੱਚ ਬੇਅੰਤ ਸੰਗਤਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਗ੍ਰੰਥ ਦੀ ਕਥਾ ਸਰਵਣ ਕੀਤੀ ਹੈ। ਤੇ ਅੱਗੋਂ ਵੀ ਸੰਗਤਾਂ ਨੂੰ ਬੇਨਤੀ ਹੈ, ਜਿਹੜਾ ਗ੍ਰੰਥ ਸ੍ਰੀ ਗੁਰਪ੍ਰਤਾਪ ਸੂਚ ਗ੍ਰੰਥ
ਅੱਗੋਂ ਹੁਣ ਆਪਾਂ ਫਿਰ ਉਹਦੀ ਕਥਾ ਸਰਵਣ ਕਰਾਂਗੇ। ਇਹ ਕਥਾ ਨਿਤ ਨਵੀਂ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਭਾਈ ਸਾਹਿਬ ਭਾਈ ਸੁਲਤਾਨ ਸਿੰਘ ਜੀ ਮੁੱਖ ਅਰਦਾਸੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਅਰਦਾਸੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਉਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਆ। ਅਰਦਾਸ ਬੇਨਤੀ ਕਰਨਗੇ, ਮਹਾਰਾਜ ਕਿਰਪਾ ਕਰਨ। ਕਥਾ ਕਰਦਿਆਂ ਬੜੀਆਂ ਹੀ ਭੁੱਲਾਂ ਹੋਈਆਂ, ਆਪ ਸਭ ਸੰਗਤਾਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਸਤਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਏ ਵਡਿਆਈਆਂ। ਕਹੈ ਨਾਨਕ ਸੁਣਹੁ ਸੰਤੋ, ਸ਼ਬਦ ਤਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ, ਨਾਮ ਹਰ ਕੇ ਲਾਗੇ। ਕਹੈ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ। ਸ਼ਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ। ਜਿਨੇ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੇ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰਾਓ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ। ਕਰਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੇ ਗਵਾਹੀ, ਦੇਖ ਕੇ ਅਨ ਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ।
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ। ਸੱਚੇ ਪਿਤਾ ਵਾਹਿਗੁਰੂ ਜੀਓ। ਅੰਤਰਜਾਮੀ ਗਰੀਬ ਨਿਵਾਜ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦਰੀ ਹੈ ਸਤਿਗੁਰੂ ਜੀਓ। ਗੁਰਬਾਣੀ ਦੇ ਪਾਵਨ ਪਵਿੱਤਰ ਮਹਾਵਾਕ ਹਨ, ਸਭ ਤੇ ਊਤਮ ਹਰ ਕੀ ਕਥਾ। ਨਾਮ ਸੁਨਤ ਦਰਦ ਦੁਖ ਲੱਥਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਦਰੋਂ ਘਰੋਂ ਵਰੋਸਾਏ ਹੋਏ ਗੁਰਮੁਖ ਪਿਆਰੇ, ਬਾਣੀ ਅਤੇ ਬਾਣੇ ਦੇ ਧਾਰਨੀ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਦੁਆਰਾ ਲਿਖਤ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜੀ ਦੀ ਕਥਾ ਗਿਆਨੀ ਵਿਸ਼ਾਲ ਸਿੰਘ ਜੀ ਵੱਲੋਂ ਜੋ ਪਿਛਲੇ ਸਮੇਂ ਤੋਂ ਪ੍ਰਾਰੰਭ ਕੀਤੀ ਗਈ ਸੀ, ਆਪ ਜੀ ਦੀ ਕਿਰਪਾ ਦੇ ਸਦਕਾ ਸਤਿਗੁਰ ਜੀ ਅੱਜ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਦੀ ਸੰਪੂਰਨਤਾਈ ਹੋਈ ਹੈ। ਸਤਿਗੁਰ ਜੀ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਸੁੰਦਰ ਦੀਵਾਨ ਸੱਜੇ ਹੋਏ ਦੀਵਾਨਾਂ ਵਿੱਚ ਰਾਗੀ ਸਿੰਘਾਂ ਵੱਲੋਂ ਸ਼ਬਦ ਗੁਰਬਾਣੀ ਦਾ ਕੀਰਤਨ ਹੋਇਆ ਹੈ। ਕਥਾ ਵਿਚਾਰਾਂ ਹੋਈਆਂ ਸਤਿਗੁਰ ਜੀ ਸਮੁੱਚੀ ਸੇਵਾ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ, ਗੁਰਬਾਣੀ ਗਾਇਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਨੀ। ਕਥਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਕੇ ਅੱਗੇ ਤੋਂ ਸਮੱਤ ਬਖਸ਼ਣੀ। ਪੜੀ ਸੁਣੀ ਗੁਰਬਾਣੀ ਦਾ ਮਹਾਤਮ ਦਰ ਤੇ ਆਏ ਸਰਬੱਤ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ। ਸਰਬੱਤ ਸਾਧ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ। ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ, ਅੰਮ੍ਰਿਤ ਵੇਲੇ ਦੀ ਜਾਗਰਤਾ, ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਘਰ ਪਰਿਵਾਰਾਂ ਦੇ ਵਿੱਚ ਸੁਖ ਵਰਤਾਉਣੀ, ਤੰਦਰੁਸਤੀਆਂ ਪ੍ਰਦਾਨ ਕਰਨੀਆਂ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ। ਗਿਆਨੀ ਜੀ ਹੋਰਾਂ ਦੇ ਸੀਸ ਉੱਤੇ ਰਹਿਮਤ ਭਰਿਆ ਹੱਥ ਰੱਖ ਕੇ ਜੋ ਪੰਥ ਦੇ ਪ੍ਰਚਾਰ ਪ੍ਰਸਾਰ ਦੀਆਂ ਮਹਾਨ ਸੇਵਾਵਾਂ ਇਹਨਾਂ ਨੂੰ ਆਪ ਜੀ ਨੇ ਬਖਸ਼ਿਸ਼ ਕੀਤੀਆਂ ਹਨ,
ਆਪ ਜੀ ਨੇ ਕਿਰਪਾ ਕਰਕੇ, ਰਹਿਮਤ ਕਰਕੇ, ਤਰਸ ਕਰਕੇ, ਅੰਗ ਸੰਗ ਸਹਾਈ ਹੋ ਕਰਕੇ ਆਪ ਕਰਵਾ ਲੈਣੀਆਂ। ਸੀਸ ਉੱਤੇ ਰਹਿਮਤ ਭਰਿਆ ਹੱਥ ਰੱਖਣਾ, ਹਰ ਪ੍ਰਕਾਰ ਸਹਾਇਤਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਦੇ ਹਾਜ਼ੂਰ ਕਥਾ ਦੀ ਸੰਪੂਰਨਤਾਈ ਦੀ ਅਰਦਾਸ, ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ। ਆਪ ਜੀ ਦੇ ਹਾਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗੇ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਰਾਜ ਕਰੇਗਾ ਖਾਲਸਾ, ਆ ਕੀ ਰਹਿ ਨਾ ਖੁਆਰ ਹੋਏ ਸਭ ਮਿਲੈਂਗੇ। ਬਚੇ ਸ਼ਰਨ ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਸਤਿਯੁਗ ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ। ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ। ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ। ਅਪ ਹੈ ਭਗਤ ਹੈ ਜਨ ਦੀਓ, ਕਲ ਜੁਗ ਪਰਮਾਨ ਨਾਨਕ ਗੁਰ। ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ। ਆਦ ਪੁਰਖ ਫੁਰਮਾਇਓ, ਨਾਨਕ ਨਾਮ ਨਿਰੰਜਨ ਜਾਣਿਓ। ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ। ਤਿਨ ਸ਼ਬਦ ਸੁਰਤ ਕੀ ਨੀਵ ਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ। ਇਕ ਜਿਹੀ ਕਛ ਕਹੀ ਨ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ। ਅਬ ਗੁਰੂ ਰਾਮਦਾਸ ਕੋ ਮਿਲੀ ਬਡਾਈ, ਤਿਚਰ ਮੂਲ ਨ ਥੁੜੀਂਦੋ। ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ। ਖਾਹੇ ਖਰਚ ਧਨ ਮਾਲ, ਖੰਭ ਵਿਕਾਂਦੜੇ ਜੇਲਹਾ। ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ। ਲਹਾ ਸੋ ਸੱਜਣ ਟੋਲ, ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ।
ਜਨਮ ਮਰਨ ਦੁਖ ਹੋਵੈ ਸਿਫਤ ਖਸਾਮਦੀ ਨੂਰ ਅਰਸੋ ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ ਰਹਾਉ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਡਭਾਗੇ ਹੋ ਰਾਜਾਨ ਰਾਜ ਪਾਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਐਸੇ ਦੀਨ ਦਿਆਲ ਸਤਿਗੁਰੂ ਗਰੀਬ ਨਵਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕੇ ਸਤ ਸੰਗ ਦੀਆਂ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ। ਅੱਜ ਸਤਿਗੁਰੂ ਜੀ ਨੇ ਜੋ ਖੁਸ਼ੀਆਂ ਭਰੇ ਸਮੇਂ ਸਭਨਾਂ ਨੂੰ ਬਖਸ਼ਿਸ਼ ਕੀਤੇ ਹਨ, ਗੁਰਮੁਖ ਪਿਆਰੇ ਕਵੀ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਦੁਆਰਾ ਲਿਖਿਆ ਹੋਇਆ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਅਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਅੱਜ ਸੰਪੂਰਨਤਾ ਹੋਈ। ਸਤਿਕਾਰਯੋਗ ਗਿਆਨੀ ਵਿਸ਼ਾਲ ਸਿੰਘ ਜੀ, ਜਿਨ੍ਹਾਂ ਤੇ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਰਕੇ ਇਹ ਕਥਾ ਆਰੰਭ ਕੀਤੀ, ਅੱਜ ਸੰਪੂਰਨਤਾ ਹੋਈ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਧੰਨਵਾਦ। ਆਓ ਮੈਂ ਬੇਨਤੀ ਕਰਾਂ, ਭਾਈ ਸੁਲਤਾਨ ਸਿੰਘ ਜੀ ਮੁੱਖ ਅਰਦਾਸੀਏ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਸਿਰੋਂ ਪਾਓ ਲੈ ਕੇ ਹਾਜ਼ਰ ਹੋਏ ਹਨ। ਗਿਆਨੀ ਜੀ ਨੂੰ ਬੇਨਤੀ ਹੈ ਕਿ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਆਉਣ। ਸਿਰੋਂ ਪਾਓ ਦੀ ਬਖਸ਼ਿਸ਼ ਸਤਿਕਾਰਯੋਗ ਭਾਈ ਸੁਲਤਾਨ ਸਿੰਘ ਜੀ ਮੁੱਖ ਅਰਦਾਸੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉਹਨਾਂ ਪਾਸੋਂ ਪ੍ਰਾਪਤ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਸੁਲਤਾਨ ਸਿੰਘ ਜੀ, ਭਾਈ ਪ੍ਰੇਮ ਸਿੰਘ ਜੀ, ਮੁੱਖ ਅਦਰਸ਼ੀਆ ਸਾਹਿਬ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ।